ਗੁਰੂ ਨਾਨਕ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਬਾਣੀ 12ਵਾਂ ਜੋ ਕਿ ਰਾਗ ਤੁਖਾਰੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1107 ਦੇ ਉੱਪਰ ਸ਼ੋਭਿਤ ਹੈ। ਉਸ ਦੀ ਲੜੀਵਾਰ ਅਸੀਂ ਵਿਚਾਰ ਕਰ ਰਹੇ ਹਾਂ। ਪਿਛਲੇ ਹਫ਼ਤੇ ਤੱਕ ਅਸੀਂ 6 ਪੌੜੀਆਂ ਦੀ 6 ਛੰਤਾਂ ਦੀ ਵਿਚਾਰ ਕਰ ਚੁੱਕੇ ਹਾਂ, ਜਿਹਦੇ ਵਿੱਚੋਂ ਪਹਿਲੇ 4 ਛੰਤ ਜਿਹੜੇ ਸਨ ਭੂਮਿਕਾ ਦੇ ਸਨ ਤੇ ਫਿਰ ਚੇਤ ਅਤੇ ਵਿਸਾਖ ਦੇ 2 ਮਹੀਨਿਆਂ ਦੀ ਜਿਹੜੀ ਹੈ ਅਗਲੇ 2 ਛੰਤਾਂ ਦੇ ਵਿੱਚ ਵਿਚਾਰ ਸੀ। ਅੱਜ ਦੀ ਜੋ 7ਵੀਂ ਪੌੜੀ ਜਾਂ 7ਵਾਂ ਜਿਹੜਾ ਛੰਤ ਹੈ ਉਹਦੇ ਵਿੱਚ ਜੇਠ ਦੇ ਮਹੀਨੇ ਤੋਂ ਵਿਚਾਰ ਆਰੰਭ ਹੋਏਗੀ। ਆਓ ਪਹਿਲਾਂ ਇਸ ਦਾ ਛੰਤ ਦਾ ਅਸੀਂ ਪਾਠ ਕਰ ਲਈਏ। ਮਾਹ ਜੇਠ ਭਲਾ ਪ੍ਰੀਤਮ ਕਿਉਂ ਬਿਸਰੈ, ਹਲ ਤਾਪੈ ਸਰ ਭਾਰ ਸਾ ਧਨ ਬਿਨੋ ਕਰੈ, ਧਨ ਬਿਨੋ ਕਰੇਂਦੀ ਗੁਣ ਸਾਰੇਂਦੀ ਗੁਣ ਸਾਰੀ ਪ੍ਰਭ ਭਾਵਾਂ, ਸਾਚੈ ਮਹਿਲ ਰਹਿ ਬੈਰਾਗੀ ਪਾਵਨ ਦੇਹ ਤਾਂ ਆਵਾਂ, ਨਿਮਾਣੀ ਨਿਤਾਣੀ ਹਰ ਬਿਨ ਕਿਉਂ ਪਾਵੈ ਸੁਖ ਮਹਿਲੀ, ਨਾਨਕ ਜੇਠ ਜਾਣੈ ਤਿਸ ਜੈਸੀ ਕਰਮ ਮਿਲੈ ਗੁਣ ਗਹਿਲੀ। तो इस छंद का आरंभ गुरु साहब करते हैं माह जेठ भला। विसाख और चेत के महीनों के आरंभ विच भी भला ही लिखिया सी, इत्थे भी माह जेठ भला ही आख्या है। और नाल गल कीती है कि भला किवें हो सकता है, किवें भला हुंदा है। प्रीतम क्यों बिसरे, उन्हां वास्ते ही भला है, उन्हां नूं चंगा लगदा है जिन्हां दे जीवन दे विचों प्यारा प्रीतम नहीं विसरदा। क्यों लफज का जो बहुतात असर जो अर्थ आंदा है वो किवें दे अर्थां दे विच आंदा है, किवें उन्हां नूं प्रीतम किवें विसर सकदा है जिन्हां दे हिरदे दे विच प्रभु नाल प्यार है, जिन्हां नूं प्रभु प्यारा लगदा है। प्रीतम लफज अपने आप विच ही प्यार दा लखायक है। ਇਹਦਾ जो रूट है वो संस्कृत ਵਿੱਚ प्रियतम तो आया है, प्रियतम तो सब तो ज्यादा प्यारा। तो प्रियतम तो लफज पंजाबी च प्रीतम बन गया। ਉਹ ਜਿਹੜਾ ਬਹੁਤ ਪਿਆਰਾ ਹੈ, ਸਭ ਤੋਂ ਚੰਗਾ ਲੱਗਦਾ ਹੈ, ਉਹਦੇ ਭੁੱਲਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। तो ਜਿਨ੍ਹਾਂ ਦਾ ਪ੍ਰੀਤਮ ਪ੍ਰਭੂ ਹੈ ਉਹਨਾਂ ਨੂੰ ਪ੍ਰਭੂ ਕਦੀ ਨਹੀਂ ਭੁੱਲਦਾ ਹਿਰਦੇ ਵਿੱਚੋਂ। ਸੋ ਉਹਨਾਂ ਦੇ ਵਾਸਤੇ ਫਿਰ ਜੇਠ ਦਾ ਮਹੀਨਾ ਵੀ ਭਲਾ ਹੀ ਹੈ, ਉਹਨਾਂ ਨੂੰ ਜੇਠ ਮਹੀਨਾ ਵੀ ਚੰਗਾ ਲੱਗਦਾ ਹੈ। ਭਾਵੇਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਜੇਠ ਦਾ ਮਹੀਨਾ ਖਾਸ ਤੌਰ ਤੇ ਨਾਰਥ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਵਾਲਾ ਮਹੀਨਾ ਹੁੰਦਾ ਹੈ। ਤੇ ਈਵਨ ਜਿਹੜੇ ਕੋਸਟਲ ਏਰੀਆਜ਼ ਵੀ ਹਨ ਉੱਥੇ ਵੀ ਮਤਲਬ ਜਿੰਨਾ ਵੀ ਨਾਰਥਰਨ ਹੈਮੀਸਫੀਅਰ ਹੈ ਉਹਦੇ ਵਿੱਚ ਜਿੰਨੇ ਭਾਵੇਂ ਈਵਨ ਕੋਸਟਲ ਏਰੀਆਜ਼ ਵੀ ਹੈਗੇ ਹਨ ਉਹਨਾਂ 'ਚ ਵੀ ਕਾਫੀ ਗਰਮੀ ਦਾ ਮਾਹੌਲ ਹੁੰਦਾ ਹੈ। ਇਸੇ ਕਰਕੇ ਹੀ ਲੋਕ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਨੇ ਕਿ ਵੀ ਭਾਵੇਂ ਥੋੜੇ ਦਿਨਾਂ ਵਾਸਤੇ ਹੀ ਸਹੀ ਪਹਾੜਾਂ ਤੇ ਚਲੇ ਜਾਈਏ, ਕੁਝ ਗਰਮੀ ਤੋਂ ਬਚਾਅ ਹੋ ਜਾਵੇ। तो ये जो है ਸਰੀਰਕ ਔਰ ਐਟਮੋਸਫੇਰਿਕ ਗਰਮੀ ਦੀ ਜਿਹੜੀ ਗੱਲ ਹੈ ਉਹਦੇ ਵਾਸਤੇ ਤਾਂ ਇਹ ਐਕਸਰਸਾਈਜ਼ ਯੂਜ਼ਫੁਲ ਹੋ ਸਕਦੀ ਹੈ। ਪਰ ਅੱਗੇ ਗੱਲ ਨਿਰੀ ਐਟਮੋਸਫੇਰਿਕ ਗਰਮੀ ਦੀ ਜਾਂ ਸਰੀਰਕ ਗਰਮੀ ਦੀ ਨਹੀਂ, ਮਨ ਦੀ ਗਰਮੀ ਦੀ ਵੀ ਅੱਗੇ ਗੱਲ ਆਏਗੀ। ਮਾਹ ਜੇਠ ਭਲਾ ਪ੍ਰੀਤਮ ਕਿਉਂ ਬਿਸਰੈ, ਇਹ ਜਿਸ ਜੀਵ ਇਸਤਰੀ ਨੂੰ ਪ੍ਰਭੂ ਪਿਆਰਾ ਲੱਗਦਾ ਹੈ ਤੇ ਜਿਨ੍ਹਾਂ ਨੂੰ ਕਦੀ ਉਹ ਪ੍ਰਭੂ ਭੁੱਲਦਾ ਨਹੀਂ ਹੈ ਉਹਨਾਂ ਨੂੰ ਜੇਠ ਦਾ ਮਹੀਨਾ ਵੀ ਚੰਗਾ ਲੱਗਦਾ ਹੈ। ਪਰ ਜੇਠ ਦੇ ਮਹੀਨੇ ਦੇ ਜੋ ਗੁਣ ਹਨ, ਜੋ ਉਹਦੇ ਕਰੈਕਟਰਿਸਟਿਕ ਹਨ, ਜੋ ਉਹਦੀ ਨਿਸ਼ਾਨੀਆਂ ਹਨ ਉਹ ਤਾਂ ਸਾਰਿਆਂ ਵਾਸਤੇ ਹੀ ਸੇਮ ਹਨ। ਤੇ ਜੋ ਦੁਨੀਆ ਦੇ ਵਿੱਚ ਕੁਦਰਤ ਦੇ ਵਿੱਚ ਉਹਦਾ ਅਸਰ ਹੁੰਦਾ ਹੈ ਜੇਠ ਦੇ ਮਹੀਨੇ ਦਾ, ਜਿਸ ਤਰ੍ਹਾਂ ਦਾ ਮੌਸਮ ਹੁੰਦਾ ਹੈ ਉਹਦੀ ਅੱਗੇ ਡਿਸਕ੍ਰਿਪਸ਼ਨ ਗੁਰੂ ਸਾਹਿਬ ਦੂਸਰੀ ਪੰਕਤੀ 'ਚ ਦੇ ਰਹੇ ਹਨ। ਹਲ ਤਾਪੈ ਸਰ ਭਾਰ ਸਾ ਧਨ ਬਿਨੋ ਕਰੈ। ਸਰ ਭਾਰ ਦਾ ਜੋ ਅਰਥ ਹੈ ਉਹ ਹੈ
पठ दे वांग पट्ठी वांग। पहाड़ लफज जिहड़ा है वो पहाड़ लफज तो आया, हिंदी च पहाड़ पहाड़ कहते हैं पट्ठी नूं। पहाड़ तो पंजाबी च पहाड़ आ गया ते सर का अर्थ है वर्गा। पहाड़ सर पहाड़ मतलब पट्ठी वर्गा, पहाड़ पहाड़ वर्गा, पट्ठी वर्गा। थल तप है, थल मतलब है जमीन। तो जमीन जड़ी है वो तपदी है पट्ठी वांग, इतनी गर्मी होंगी है। थल तप है सर पहाड़। तो जमीन के जिन्ने भी हिस्से हैं, थल थल लफज जड़ा है जमीन वास्ते ही आंदा है। तो जमीन के जिन्ने भी हिस्से हैं वो सारे तपदे हैं पट्ठी वांग, इतनी गर्मी हो जाती है। ते नाल दे नाल हुण गल कीती गुरु साहब ने सा धन बिनो करे। उन्हें धन की गल की है। धन लफज जड़ा है बहुत ही बारी जीव इस्त्री के अर्थां दे विच ही आया है। ते जीव इस्त्री क्यों बिनो कर रही है? वो इस वास्ते नहीं बिनो कर रही कि भी बाहर की गर्मी लग रही है तो एयर कंडीशनर चाहिए है, कूलर चाहिए है, नहीं। वो उत्थे भाव है विकारां की गर्मी का। ते जीव इस्त्री के अंदर का जो अवस्था है ਉਹਦੇ अंदर विकारां की गर्मी जड़ी है वो उसनों सता रही है। माया के जो ये रूप हैं पंज विकार जड़े काम क्रोध लोभ मोह हंकार, ये जदों अपना जोर पाते हैं जीवां के उत्ते, इन्हां विकारां के अधीन जो इंसान कर्म करते हैं ਉਹਦਾ रिजल्ट ही ਹੁੰਦਾ है कि मन तड़पता है, तपता है। भावें विकार अपना जो रूप दिखाते हैं वो दिखाते हैं जिहड़ा कि इंसान नूं पहला पहल अट्रैक्टिव लगता है, खिंच पाउण वाला लगता है। काम दे विच भी रस का एहसास हुंदा है, मोह दे विच भी प्यार का एहसास है, जिहदे विच भी स्वाद का एहसास हुंदा है। लोभ दे नाल तां बंदा देखता ही है कि बई ਜਿਹੜਾ ਲੋਭ ਦੇ ਅਧੀਨ ਜਿਹੜੇ ਕਰਮ ਕਰਦਾ ਹੈ ਤਾਂ ਉਹਨੂੰ ਧਨ ਜਾਂ ਹੋਰ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ। तो ਉਹਦੇ ਵਿੱਚ ਵੀ ਸ਼ੁਰੂ ਤੇ ਸੁੱਖ ਦਾ ਹੀ ਅਹਿਸਾਸ ਮਿਲਦਾ ਹੈ। ਹੰਕਾਰ ਦੀ ਭਾਵਨਾ ਵੀ ਇਨਸਾਨ ਨੂੰ ਪਹਿਲਾਂ ਪਹਿਲ ਤਸੱਲੀ ਦਿੰਦੀ ਹੈ। ਪਰ ਇਹ ਸਾਰੇ ਅਹਿਸਾਸ ਜਿਹੜੇ ਹਨ ਇਹ ਹਮੇਸ਼ਾ ਇੱਕ ਖਲਾਅ ਵੀ ਨਾਲ ਪੈਦਾ ਕਰ ਦਿੰਦੇ ਹਨ, ਹਮੇਸ਼ਾ ਇੱਕ ਕਮੀ ਦਾ ਅਹਿਸਾਸ ਵੀ ਪੈਦਾ ਕਰ ਦਿੰਦੇ ਹਨ। ਜਿੱਥੇ ਕਿਧਰੇ ਵੀ ਇਹ ਵਿਕਾਰ ਆਪਣਾ ਅਸਰ ਪਾਉਂਦੇ ਹਨ, ਬੰਦੇ ਦੇ ਅੰਦਰੋਂ ਸੰਤੋਖ ਉੱਡ ਜਾਂਦਾ ਹੈ, ਸਬਰ ਉੱਡ ਜਾਂਦਾ ਹੈ ਤੇ ਹੋਰ ਦੀ ਭਾਵਨਾ ਜਿਹੜੀ ਹੈ ਉਹ ਆਪਣਾ ਟਿਕਾਣਾ ਪੱਕਾ ਕਰ ਲੈਂਦੀ ਹੈ। ਤੇ ਫਿਰ ਜੇ ਭਾਵੇਂ ਕੁਝ ਚਿਰ ਵਾਸਤੇ ਰਸ ਸਵਾਦ ਮਿਲ ਵੀ ਜਾਂਦਾ ਹੈ ਪਰ ਬੰਦੇ ਨੂੰ ਤਸੱਲੀ ਨਹੀਂ ਹੁੰਦੀ, ਉਹਨੂੰ ਇਹ ਵੀ ਕਾਮਨਾ ਰਹਿੰਦੀ ਹੈ ਨਹੀਂ ਹੋਰ ਚਾਹੀਦਾ ਹੈ। ਲੋਭ ਦੇ ਵਸ ਹੋ ਕੇ ਜਿਹੜੇ ਵੀ ਚੰਗੇ ਜਾਂ ਮਾੜੇ ਤਰੀਕਿਆਂ ਦੇ ਨਾਲ ਬੰਦਾ ਜਿੰਨਾ ਧਨ ਇਕੱਤਰ ਕਰਦਾ ਹੈ, ਉਹ ਜਿਹੜਾ ਪਹਿਲਾ ਟਾਰਗੇਟ ਰੱਖਿਆ ਹੁੰਦਾ ਹੈ ਜਦੋਂ ਉਹ ਮੀਟ ਹੋ ਜਾਂਦਾ ਹੈ ਫਿਰ ਉਸ ਤੋਂ ਟਾਰਗੇਟ ਅੱਗੇ ਹੋਰ ਵੱਧ ਜਾਂਦਾ ਹੈ। ਜਿਵੇਂ ਗੁਰਬਾਣੀ 'ਚ ਪੰਕਤੀ ਆਉਂਦੀ ਹੈ, ਸਹਿਜ ਖਟੈ ਲੱਖ ਕੋਟ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ। ਤੇ 1000 ਦਾ ਟਾਰਗੇਟ ਜੇ ਰੱਖਿਆ ਸੀ ਤੇ ਫਿਰ ਉਸ ਤੋਂ ਉਹ ਮਿਲ ਜਾਏ ਤੇ ਫਿਰ ਲੱਖ ਦਾ ਟਾਰਗੇਟ ਸਾਹਮਣੇ ਆ ਜਾਂਦਾ ਹੈ। ਫਿਰ ਉਸ ਤੋਂ ਅੱਗੇ ਕਰੋੜ ਤੇ ਫਿਰ ਹੋਰ ਅੱਗੇ ਜ਼ੀਰੋ ਤੇ ਲੱਗਦੇ ਹੀ ਰਹਿੰਦੇ ਹਨ। ਇਸੇ ਤਰ੍ਹਾਂ ਹੀ ਬਾਕੀ ਦੇ ਰਸ ਵੀ ਹਨ, ਚਾਹੇ ਉਹ ਕਾਮ ਦਾ ਰਸ ਹੈ, ਚਾਹੇ ਉਹ ਮੋਹ ਦਾ ਹੈ ਜਾਂ ਹੰਕਾਰ ਦੀ ਪੂਰਤੀ ਕਰਨ ਵਾਲੇ ਜਿਹੜੇ ਕਰਮ ਹਨ। तो ਜਿਹੜਾ ਬੰਦੇ ਨੂੰ ਇਹ ਤੜਪ ਹੁੰਦੀ ਹੈ ਕਿ ਮੇਰਾ ਦੁਨੀਆ 'ਚ ਮਾਣ ਸਤਿਕਾਰ ਹੋਵੇ, ਲੋਕੀ ਮੈਨੂੰ ਵੱਡਾ ਮੰਨਣ, ਤੇ ਜਿੰਨਿਆਂ ਕੋ ਪਹਿਲਾਂ ਪਹਿਲ ਸੋਚਿਆ ਹੁੰਦਾ ਹੈ ਉਹਨਾਂ ਕੋ ਇੱਜ਼ਤ ਮਾਣ ਅਗਰ ਮਿਲਣਾ ਸ਼ੁਰੂ ਵੀ ਹੋ ਜਾਵੇ ਤਾਂ ਵੀ ਉੱਥੇ ਜਾ ਕੇ ਤਸੱਲੀ ਨਹੀਂ ਹੁੰਦੀ, ਫਿਰ ਹੋਰ ਦੀ ਕਾਮਨਾ ਅੰਦਰ ਤਪਸ਼ ਪੈਦਾ ਕਰਦੀ ਹੈ, ਇੱਕ ਕਮੀ ਪੈਦਾ ਕਰਦੀ ਹੈ ਔਰ ਉਹਦੇ ਵਾਸਤੇ ਬੰਦਾ ਫਿਰ ਤੜਪਦਾ ਹੈ। तो एंड रिजल्ट विकारां दा जो है वो मन के अंदर तपश ही होंदी है, एक कमी होंदी है जिन्हों प्राप्ति की अंदर जी है वो अग मानो लगी रहती है, एक कमी महसूस होती रहती है, तड़प रही है कि होर मिले वो तपश जी है अंदर मन नू एक तरीके दे नाल जिवें साड़दी है। तो ऐसी तपश के वास्ते छुटकारा पाने वास्ते जीव इस्त्री फिर बेनती करती है कि
ਜਿਹੜੇ ਇਹਨਾਂ ਵਿਕਾਰਾਂ ਕਰਕੇ ਅੰਦਰ ਤਪਸ਼ ਪੈਦਾ ਹੋ ਗਈ ਹੈ, ਇਹਦੇ ਤੋਂ ਕਿਵੇਂ ਛੁਟਕਾਰਾ ਹੋਵੇ। तो जीव इस्त्री परमात्मा ਦੇ ਅੱਗੇ ਅਰਦਾਸ ਕਰਦੀ ਹੈ ਕਿ ਵੀ ਕਿਸੇ ਤਰੀਕੇ ਮੇਰੇ ਅੰਦਰੋਂ ਇਹ ਤਪਸ਼ ਖਤਮ ਹੋ ਜਾਵੇ। ਉਹ ਜਿਹੜਾ ਦੁਨਿਆਵੀ ਗਰਮੀ ਹੈ ਉਹਦੇ ਤੋਂ ਛੁਟਕਾਰਾ ਪਾਉਣ ਵਾਸਤੇ ਤਾਂ ਇਨਸਾਨ ਉਦਮ ਕਰਦਾ ਹੀ ਕਰਦਾ ਹੈ, ਯਤਨ ਕਰਦਾ ਹੀ ਹੈ। ਜਿਹੜੇ ਮਨ ਦੇ ਅੰਦਰ ਜਿਹੜੀ ਵਿਕਾਰਾਂ ਦੀ ਤਪਸ਼ ਹੈ ਉਹਦੇ ਵਾਸਤੇ ਵੀ ਪ੍ਰਭੂ ਦੇ ਦਰ ਤੇ ਅਰਦਾਸ ਕਰਨੀ ਬਣਦੀ ਹੀ ਹੈ, ਨਹੀਂ ਤਾਂ ਇਹ ਤਪਸ਼ ਬੰਦੇ ਦੇ ਆਪਣੇ ਉਦਮ ਨਾਲ ਤਾਂ ਖਤਮ ਹੁੰਦੀ ਨਹੀਂ ਹੈ। ਉਹ ਅਗਲੀ ਪੰਕਤੀ ਜਿਸ ਗੱਲ ਨੂੰ ਗੁਰੂ ਸਾਹਿਬ ਹੋਰ ਖੋਲਦੇ ਹਨ, ਧਨ ਬਿਨੋ ਕਰੇਂਦੀ ਗੁਣ ਸਾਰੇਂਦੀ ਗੁਣ ਸਾਰੀ ਪ੍ਰਭ ਪਾਵਾਂ। ਇਹ ਉਸ ਪ੍ਰਮਾਤਮਾ ਦੇ ਅੱਗੇ ਬੇਨਤੀ ਕਰਦੀ ਹੈ ਤੇ ਪ੍ਰਭੂ ਦੇ ਗੁਣ ਯਾਦ ਕਰਦੀ ਹੈ ਕਿ ਉਹ ਗੁਣਾਂ ਦਾ, ਸਾਰੇ ਗੁਣਾਂ ਦਾ ਸਰੋਤ ਹੈ, ਸਾਰੇ ਗੁਣਾਂ ਦਾ ਮਾਲਕ ਹੈ। ਜੇ ਉਸ ਪ੍ਰਭੂ ਦੇ ਕੋਲੋਂ ਕੁਝ ਗੁਣ ਮੇਰੇ ਅੰਦਰ ਵੀ ਆ ਜਾਣ ਤਾਂ ਮੈਂ ਉਸ ਪ੍ਰਮਾਤਮਾ ਨੂੰ ਚੰਗੀ ਲੱਗਣ ਲੱਗ ਪਵਾਂਗੀ ਤੇ ਸ਼ਾਇਦ ਉਹਦੇ ਨੇੜੇ ਹੋ ਜਾਵਾਂਗੀ। ਤਨ ਬਿਨੋ ਕਰੇਂਦੀ ਗੁਣ ਸਾਰੇਂਦੀ ਗੁਣ ਸਾਰੀ ਪ੍ਰਭ ਪਾਵਾਂ। ਸਾਰੀ ਸਾਰ ਕਰਨਾ ਤੋਂ ਲਫ਼ਜ਼ ਤੋਂ ਸਾਰੀ ਲਫ਼ਜ਼ ਬਣਿਆ ਹੈ ਤੇ ਸਾਰੇਂਦੀ ਵੀ ਉਸ ਤੋਂ ਅੱਗੋਂ ਸਾਰੇਂਦੀ ਬਣਿਆ ਹੈ। ਸਾਰੇਂਦੀ ਤੋਂ ਭਾਵ ਹੈ ਸੰਭਾਲ ਕਰਨੀ, ਗੁਣਾਂ ਨੂੰ ਸੰਭਾਲਦੀ ਹੈ, ਪਾਪ ਗੁਣਾਂ ਨੂੰ ਚੇਤੇ ਕਰਦੀ ਹੈ, ਆਪਣੀ ਯਾਦ ਦੇ ਵਿੱਚ ਗੁਣਾਂ ਨੂੰ ਲਿਆਂਦੀ ਹੈ। ਗੁਣ ਸਾਰੀ ਦਾ ਭਾਵ ਵੀ ਹੈ ਗੁਣਾਂ ਨੂੰ ਚੇਤੇ ਕਰਕੇ ਗੁਣਾਂ ਨੂੰ ਧਾਰਨ ਕਰਨ ਦਾ ਯਤਨ ਕਰਦੀ ਹੈ, ਉਹਨਾਂ ਦੀ ਸੰਭਾਲ ਕਰਦੀ ਹੈ ਤੇ ਪ੍ਰਮਾਤਮਾ ਦੇ ਅੱਗੇ ਹੀ ਬੇਨਤੀ ਕਰਦੀ ਹੈ ਕਿ ਇਸ ਤਪਸ਼ ਤੋਂ ਬਚਾਉਣ ਵਾਸਤੇ ਮੇਰੇ ਤੇ ਮਿਹਰ ਕਰ ਤੇ ਮੈਨੂੰ ਵੀ ਗੁਨਾਹ ਦੀ ਦਾਤ ਬਖਸ਼ ਕਿ ਮੈਂ ਤੇਰੇ ਗੁਨਾਹ ਨੂੰ ਯਾਦ ਕਰਕੇ ਤੇਰੇ ਗੁਨਾਹ ਦੇ ਨਾਲ ਸਾਂਝ ਪਾ ਲਵਾਂ। ਮੇਰੇ ਅੰਦਰ ਵੀ ਕੁਝ ਗੁਣ ਆ ਜਾਣ ਤਾਂ ਕਿ ਮੈਂ ਤੇਰੇ ਨੇੜੇ ਹੋ ਸਕਾਂ, ਤੈਨੂੰ ਚੰਗੀ ਲੱਗ ਸਕਾਂ। ਔਰ ਉਹਦਾ ਲਾਭ ਕੀ ਹੋਏਗਾ? ਸਾਚੇ ਮਹਿਲ ਰਹਿ ਬੈਰਾਗੀ ਆਵਨ ਦੇਹ ਤਾਂ ਆਵਾਂ। ਹੁਣ ਇਹ ਗੱਲ ਤਾਂ ਜੀਵ ਇਸਤਰੀ ਨੂੰ ਅਹਿਸਾਸ ਹੁੰਦਾ ਹੀ ਹੈ ਕਿ ਪ੍ਰਭੂ ਪਰਮਾਤਮਾ ਜਿਹੜਾ ਹੈ ਉਹ ਆਪ ਇਸ ਸਾਰੇ ਮਾਇਆ ਦੇ ਪ੍ਰਭਾਵ ਤੋਂ ਤੇ ਦੁਨਿਆਵੀ ਤਪਸ਼ ਤੋਂ ਨਿਰਲੇਪ ਹੈ। ਦੁਨੀਆ ਦੇ ਇਨਸਾਨ ਭਾਵੇਂ ਗਰਮੀ ਤੋਂ ਜਿੰਨਾ ਮਰਜ਼ੀ ਸਰੀਰਕ ਤੌਰ ਤੇ ਵੀ ਕਸ਼ਟ ਸਹਾਰਦੇ ਹਨ, ਵਿਕਾਰਾਂ ਦੀ ਗਰਮੀ ਨਾਲ ਵੀ ਦੁਖੀ ਹੁੰਦੇ ਹਨ, ਪਰ ਪ੍ਰਭੂ ਪਰਮਾਤਮਾ ਜਿਹੜਾ ਹੈ ਉਹ ਹਰ ਕਿਸਮ ਦੇ ਐਸੇ ਦੁੱਖ ਕਲੇਸ਼ ਤੋਂ ਨਿਰਲੇਪ ਹੈ। ਉਸਨੂੰ ਕੋਈ ਗਰਮੀ ਨਹੀਂ ਸਤਾ ਸਕਦੀ, ਨਾ ਮਾਹੌਲ ਦੀ ਐਟਮੋਸਫੀਅਰ ਦੀ ਗਰਮੀ ਜਿਹੜੀ ਹੈ ਉਹਦਾ ਪ੍ਰਭੂ ਦੇ ਉੱਤੇ ਕੋਈ ਅਸਰ ਹੈ, ਕਿਉਂਕਿ ਉਹ ਆਕਾਰ ਤੋਂ ਰਹਿਤ ਹੈ। ਇਹ ਜਿਹੜੀ ਗਰਮੀ ਹੈ ਇਹ ਸਰੀਰਾਂ ਨੂੰ ਤੰਗ ਕਰਦੀ ਹੈ, ਉਹਨਾਂ ਨੂੰ ਦੁਖੀ ਕਰਦੀ ਹੈ। ਮਨ ਦੇ ਵਿਕਾਰ ਜਿਹੜੇ ਹਨ ਉਹ ਵੀ ਜੀਵਾਂ ਨੂੰ ਦੁਖੀ ਕਰਦੇ ਹਨ। ਪ੍ਰਭੂ ਪਰਮਾਤਮਾ ਮਾਇਆ ਤੋਂ ਨਿਰਲੇਪ ਹੈ। ਮਨ ਦੇ ਵਿਕਾਰ ਮਾਇਆ ਦੇ ਪ੍ਰਭਾਵ ਹੇਠ ਹੀ ਜੀਵ ਦੇ ਉੱਤੇ ਹਾਵੀ ਹੁੰਦੇ ਹਨ। ਸੋ ਪ੍ਰਭੂ ਪਰਮਾਤਮਾ ਤਾਂ ਐਸੇ ਕਿਸੇ ਵੀ ਤਰ੍ਹਾਂ ਦੀ ਗਰਮੀ ਤੋਂ ਨਿਰਲੇਪ ਹੈ। ਤੇ ਮਾਨੋ ਉਹਦਾ ਟਿਕਾਣਾ ਤਾਂ ਐਸੇ ਮਹਿਲ ਦੇ ਵਿੱਚ ਹੈ ਜਿੱਥੇ ਕਿਸੇ ਕਿਸਮ ਦੀ ਗਰਮੀ ਦਾ ਕੋਈ ਅਸਰ ਨਹੀਂ ਹੈ। ਪਰ ਜੀਵ ਆਤਮਾ ਨੂੰ ਉਸ ਮਹਿਲ ਦੇ ਵਿੱਚ ਦਾਖਲਾ ਨਹੀਂ ਮਿਲ ਸਕਦਾ ਜਦ ਤੱਕ ਉਹਦੇ ਅੰਦਰ ਵਿਕਾਰ ਹਾਵੀ ਹਨ। ਜਦ ਤੱਕ ਉਹਦੇ ਅੰਦਰ ਮਾਇਆ ਦਾ ਪ੍ਰਭਾਵ ਹੈ ਤਾਂ ਉਹਨੂੰ ਉਸ ਪ੍ਰਭੂ ਦੇ ਮਹਿਲ ਦੇ ਵਿੱਚ ਦਾਖਲਾ ਨਹੀਂ ਮਿਲ ਸਕਦਾ, ਐਂਟਰੀ ਨਹੀਂ ਮਿਲ ਸਕਦੀ। ਉਹ ਗੁਰੂ ਸਾਹਿਬ ਕਹਿੰਦੇ ਹਨ ਕਿ ਸਾਚਾ ਮਹਿਲ ਰਹਿ ਬੈਰਾਗੀ। ਉਹ ਬੈਰਾਗ, ਮਹਾ ਬੈਰਾਗੀ, ਵਿਰਕਤ, ਜਿਹੜਾ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਹੈ, ਜਿਹਦੇ ਉੱਤੇ ਮਾਇਆ ਦਾ ਅਸਰ ਨਹੀਂ ਹੈ। ਇੱਥੇ ਬੈਰਾਗੀ ਤੋਂ ਇਹ ਭਾਵ ਨਹੀਂ ਹੈ ਵੀ ਜਿਹੜਾ ਕੋਈ ਘਰ-ਬਾਰ ਤਿਆਗ ਕੇ ਚਲਾ ਜਾਂਦਾ ਹੈ। ਬੈਰਾਗੀ ਲਫ਼ਜ਼ ਪਰਮਾਤਮਾ ਵਾਸਤੇ ਆਇਆ ਹੈ ਕਿ ਉਹ ਸਦਾ ਥਿਰ ਰਹਿਣ ਵਾਲੇ ਮਹਿਲ ਦੇ ਵਿੱਚ ਰਹਿਣ ਵਾਲਾ ਹੈ ਪ੍ਰਮਾਤਮਾ, ਜੋ ਮਾਇਆ ਤੋਂ ਨਿਰਲੇਪ ਹੈ, ਜਿਹਦੇ ਉੱਤੇ ਮਾਇਆ ਦਾ ਕੋਈ ਅਸਰ ਨਹੀਂ ਹੈ। ਉਹ ਮਾਇਆ ਤੋਂ ਵਿਰਕਤ ਹੈ। ਪਰ ਉਹ ਜੇ ਮੇਰੇ ਤੇ ਬਖਸ਼ਿਸ਼ ਕਰੇ, ਮੈਨੂੰ ਇਜਾਜ਼ਤ ਦੇਵੇ, ਮੈਨੂੰ ਅਲਾਉ ਕਰੇ ਤਾਂ ਮੈਂ ਉਹਦੇ ਮਹਿਲ ਦੇ ਵਿੱਚ ਆ ਕੇ ਤੇ ਮੈਂ ਵੀ ਉਸ ਆਨੰਦ ਦੀ ਅਵਸਥਾ ਦਾ ਅਹਿਸਾਸ ਮਹਿਸੂਸ ਕਰ ਸਕਦੀ ਹਾਂ। ਪਰ ਉਹ ਤਾਂ ਹੀ ਮੁਮਕਿਨ ਹੋਏਗਾ ਜੇ ਪ੍ਰਮਾਤਮਾ ਮੈਨੂੰ ਇਜਾਜ਼ਤ ਦੇਵੇ, ਆਪਣੇ ਮਹਿਲ ਦੇ ਅੰਦਰ ਐਂਟਰੀ ਦੇਵੇ, ਤਾਂ ਇਸ ਦੁਨਿਆਵੀ ਤਪਸ਼ ਤੋਂ ਵੀ ਔਰ ਵਿਕਾਰਾਂ ਦੀ ਤਪਸ਼ ਤੋਂ ਵੀ ਛੁਟਕਾਰਾ ਮਿਲ ਸਕਦਾ ਹੈ। ਉਹ ਮਾਨੋ ਇਸ ਨੂੰ ਤੁਸੀਂ ਐਵੇਂ ਅਸਿਊਮ ਕਰ ਲਵੋ
ਕਿ ਬਈ ਕੋਈ ਆਦਮੀ ਬਾਹਰ ਗਰਮੀ ਦੇ ਮੌਸਮ ਦੇ ਵਿੱਚ ਬਾਹਰ ਸੜਕਾਂ ਦੇ ਉੱਤੇ ਜਾਂ ਧੁੱਪ ਦੇ ਵਿੱਚ ਜ਼ਮੀਨ ਦੇ ਉੱਤੇ ਤੁਰ ਰਿਹਾ ਹੈ। ਉੱਪਰੋਂ ਤਾਂ ਧੁੱਪ ਪੈ ਹੀ ਰਹੀ ਹੈ, ਥੱਲਿਓਂ ਜ਼ਮੀਨ ਵੀ ਤਪੀ ਹੋਈ ਹੈ, ਉਹ ਵੀ ਉਹਨੂੰ ਸਾੜ ਰਹੀ ਹੈ ਤੇ ਤਰ-ਬਤਰ ਪਸੀਨੇ ਨਾਲ ਹੋਇਆ ਉਹਦੇ ਮਨ 'ਚ ਇਹੋ ਕਾਮਨਾ ਹੁੰਦੀ ਹੈ ਵੀ ਕੋਈ ਐਸੀ ਜਗ੍ਹਾ ਮਿਲ ਜਾਵੇ ਜਿੱਥੇ ਥੋੜ੍ਹੀ ਠੰਡੀ ਜਗ੍ਹਾ ਹੋਵੇ, ਜਿੱਥੇ ਗਰਮੀ ਤੋਂ ਮੇਰਾ ਬਚਾਅ ਹੋ ਜਾਵੇ। ਤੇ ਜੇ ਮਾਨੋ ਉਹਨੂੰ ਐਂਟਰੀ ਮਿਲ ਜਾਵੇ ਕਿਸੇ ਐਸੇ ਹਾਲ ਦੇ ਅੰਦਰ ਜਿਹੜਾ 에ਅਰ ਕੰਡੀਸ਼ਨਡ ਹੋਵੇ, ਤਾਂ ਅੰਦਰ ਜਾ ਕੇ ਉਹਨੂੰ ਤੇ ਇੰਝ ਲੱਗਦਾ ਜਿਵੇਂ ਹਾਂ ਕਿ ਬਈ ਉਹਨੂੰ ਬਹੁਤ ਹੀ ਸੁੱਖ ਪ੍ਰਾਪਤ ਹੋ ਗਿਆ, ਜਿਵੇਂ ਸਾਰੇ ਦੁੱਖ ਦੂਰ ਹੋ ਗਏ ਹਨ ਉਸ ਤੇ। ਉਹ ਜੋ ਅੰਦਰ ਜਾ ਕੇ ਜੋ ਠੰਡਕ ਮਿਲਦੀ ਹੈ, ਜੋ ਠੰਡ ਦਾ ਔਰ ਗਰਮੀ ਤੋਂ ਬਚਾਅ ਦਾ ਜੋ ਅਹਿਸਾਸ ਹੈ, ਇੱਕ ਵਾਰੀ ਤੇ ਇਉਂ ਲੱਗਦਾ ਵੀ ਜਾਂ ਬਈ ਬਿਲਕੁਲ ਹੀ ਐਂ ਆਨੰਦ ਦੀ ਅਵਸਥਾ ਆ ਗਈ, ਬਿਲਕੁਲ ਸਾਰੇ ਦੁੱਖ ਕਲੇਸ਼ ਖਤਮ ਹੋ ਗਏ। ਉਹ ਵਿਕਾਰਾਂ ਦੀ ਤਪਸ਼ ਤੋਂ ਤੜਪ ਰਹੀ ਜਿਹੜੀ ਜੀਵ ਇਸਤਰੀ ਹੈ, ਉਸਨੂੰ ਵੀ ਇਹ ਆਨੰਦ ਦੀ ਅਵਸਥਾ ਪ੍ਰਾਪਤ ਹੋ ਸਕਦੀ ਹੈ ਜੇ ਉਹਨੂੰ ਪ੍ਰਭੂ ਦੇ ਮਹਿਲ ਦੇ ਵਿੱਚ ਟਿਕਾਣਾ ਮਿਲ ਜਾਵੇ। ਕਿਉਂਕਿ ਉੱਥੇ ਤਾਂ ਫਿਰ ਮਾਇਆ ਦਾ ਪ੍ਰਭਾਵ ਜੀਵ ਨੂੰ ਫਿਰ ਸਤਾ ਨਹੀਂ ਸਕਦਾ ਔਰ ਉੱਥੇ ਕੇਵਲ ਤੇ ਕੇਵਲ ਉਹਨਾਂ ਦਾ ਹੀ ਸਾਥ ਹੈ ਜਿਹੜੇ ਪ੍ਰਭੂ ਦੇ ਗੁਣਾਂ ਦੇ ਗਾਣ ਵਾਲੇ, ਪ੍ਰਭੂ ਦੇ ਕਿਰਪਾ ਦੇ ਪਾਤਰ ਹਨ। ਤੋ ਐਸੇ ਲੋਕਾਂ ਦਾ ਹੀ ਨਿਵਾਸ ਹੈ ਪ੍ਰਭੂ ਦੀ ਦਰਗਾਹ ਦੇ ਅੰਦਰ, ਪ੍ਰਭੂ ਦੇ ਮਹਿਲ ਦੇ ਅੰਦਰ। ਤੋ ਗੁਰੂ ਸਾਹਿਬ ਇੱਥੇ ਅਰਦਾਸ ਦੇ ਰੂਪ ਦੇ ਵਿੱਚ ਇਹ ਇੱਛਾ ਜ਼ਾਹਿਰ ਕਰਦੇ ਹਨ ਕਿ ਸਾਚਾ ਮਹਿਲ ਰਹਿ ਬੈਰਾਗੀ, ਆਵਨ ਦੇ ਤਾਂ ਆਵਾਂ। ਜੇ ਉਹ ਪ੍ਰਭੂ ਮੈਨੂੰ ਆਗਿਆ ਦੇਵੇ ਤਾਂ ਮੈਂ ਇਸ ਤੇਰੇ ਮਹਿਲ ਦੇ ਵਿੱਚ ਆ ਸਕਦਾ ਹਾਂ। ਤੇ ਜੇ ਕਿਤੇ ਮੈਨੂੰ ਇਹ ਇਜਾਜ਼ਤ ਨਾ ਮਿਲੇ ਕਿ ਬਈ ਨਹੀਂ ਮੇਰੀ ਉਹ ਅਵਸਥਾ ਨਹੀਂ ਹੈ ਜਿਹਨੂੰ ਐਂਟਰੀ ਮਿਲ ਸਕਦੀ ਹੈ, ਤਾਂ ਮੇਰਾ ਹਾਲ ਕੀ ਹੋਏਗਾ? ਉਹ ਡਿਸਕ੍ਰਿਪਸ਼ਨ ਅਗਲੀ ਪੰਕਤੀ 'ਚ ਗੁਰੂ ਸਾਹਿਬ ਦਿੰਦੇ ਹਨ ਕਿ ਨਿਮਾਣੀ ਨਿਤਾਣੀ ਹਰ ਬਿਨ ਕਿਉਂ ਪਾਵੈ ਸੁਖ ਮੈਲੀ। ਜਿੰਨਾ ਚਿਰ ਜੀਵ ਇਸਤਰੀ ਪ੍ਰਮਾਤਮਾ ਤੋਂ ਅਲੱਗ ਹੈ, ਤਾਂ ਉਹ ਵਿਕਾਰਾਂ ਦੀ ਤਪਸ਼ ਦੇ ਨਾਲ ਨਿਤਾਣੀ ਹੋ ਜਾਂਦੀ ਹੈ, ਨਿਢਾਲ ਹੋ ਜਾਂਦੀ ਹੈ, ਕਮਜ਼ੋਰ ਹੋ ਜਾਂਦੀ ਹੈ। ਬਿਲਕੁਲ ਨਿਮਾਣੀ ਜਿਹਦੇ 'ਚ ਕੋਈ ਤਾਕਤ, ਨਿਤਾਣੀ ਉਹਦੇ 'ਚ ਕੋਈ ਤਾਕਤ ਨਹੀਂ ਰਹਿ ਜਾਂਦੀ, ਕੋਈ ਕੁਝ ਕੰਮ ਕਰਨ ਦੀ ਜੋ ਸਮਰੱਥਾ ਨਹੀਂ ਰਹਿ ਜਾਂਦੀ। ਤੋ ਹਰੀ ਦੇ ਨਾਮ ਤੋਂ ਬਿਨਾਂ, ਹਰੀ ਦੀ ਬਖਸ਼ਿਸ਼ ਤੋਂ ਬਿਨਾਂ ਕਿਵੇਂ ਉਹ ਆਨੰਦ ਦੀ ਅਵਸਥਾ ਦਾ ਅਹਿਸਾਸ, ਪ੍ਰਭੂ ਦੇ ਮਹਿਲ ਦਾ, ਪ੍ਰਭੂ ਦੀ ਦਰਗਾਹ ਦਾ ਆਨੰਦ ਕਿਵੇਂ ਮਾਣ ਸਕਦੀ ਹੈ? ਭਾਵ ਨਹੀਂ ਮਾਣ ਸਕਦੀ। ਕਿਉਂ ਪਾਵੈ ਸੁਖ ਮੈਲੀ, ਕਿਵੇਂ ਪਾ ਸਕਦੀ ਹੈ? ਜਦ ਤੱਕ ਪਰਮਾਤਮਾ ਦੀ ਉਹਦੇ ਤੇ ਬਖਸ਼ਿਸ਼ ਨਾ ਹੋਵੇ, ਉਹਨੂੰ ਪਰਮਾਤਮਾ ਦੇ ਮਹਿਲ ਦੇ ਅੰਦਰ ਦਾਖਲਾ ਨਹੀਂ ਮਿਲ ਸਕਦਾ। ਤੇ ਉਹਦੇ ਤੋਂ ਬਿਨਾਂ ਤੇ ਉਹ ਵਿਕਾਰਾਂ ਦੀ ਝੰਬੀ ਹੋਈ ਨਿਮਾਣੀ ਤੇ ਨਿਤਾਣੀ ਹੀ ਰਹਿ ਜਾਂਦੀ ਹੈ। ਉਹਦੇ 'ਚ ਨਾ ਵਿਕਾਰਾਂ ਦੇ ਨਾਲ ਲੜਨ ਦੀ ਕੋਈ ਸਮਰੱਥਾ ਬਚਦੀ ਹੈ, ਨਾ ਹੀ ਕੁਝ ਹੋਰ ਕੋਈ ਗੁਣ ਪ੍ਰਾਪਤ ਕਰਨ ਦੀ ਸਮਰੱਥਾ ਰਹਿ ਜਾਂਦੀ ਹੈ। ਤੋ ਇਹ ਸਭ ਕੁਝ ਤਾਂ ਹੀ ਮੁਮਕਿਨ ਹੋ ਸਕਦਾ ਹੈ ਜੇ ਪ੍ਰਮਾਤਮਾ ਬਖਸ਼ਿਸ਼ ਕਰਕੇ ਤੇ ਉਹ ਮਹਿਲ ਦੇ ਵਿੱਚ ਉਹਨੂੰ ਦਾਖਲਾ ਦੇਵੇ, ਉਹਦੇ ਤੇ ਬਖਸ਼ਿਸ਼ ਕਰੇ, ਤਾਂ ਹੀ ਉਹਦਾ ਬਚਾਅ ਜਿਹੜਾ ਹੈ ਇਹਨਾਂ ਵਿਕਾਰਾਂ ਤੋਂ ਹੋ ਸਕਦਾ ਹੈ। ਆਖਰੀ ਪੰਕਤੀ ਫਿਰ ਗੁਰੂ ਸਾਹਿਬ ਕਹਿੰਦੇ ਹਨ ਕਿ ਨਾਨਕ ਜੇਠ ਜਾਣੈ ਤਿਸ ਜੈਸੀ, ਕਰਮ ਮਿਲੈ ਗੁਣ ਗਹਿਲੀ। ਗਹਿਲੀ ਦਾ ਭਾਵ ਹੈ ਗ੍ਰਹਿਣ ਕਰਨ ਵਾਲੀ, ਗੁਣਾਂ ਨੂੰ ਗ੍ਰਹਿਣ ਕਰਨ ਵਾਲੀ, ਤੇ ਕਰਮ ਤੇ ਮੰਮੇ ਨੂੰ ਸਿਆਰੀ ਹੈ ਬਖਸ਼ਿਸ਼ ਦੁਆਰਾ। ਸੋ ਇਸ ਜੇਠ ਦੀ ਸੜਦੀ ਲੋ ਦੇ ਵਿੱਚ ਪ੍ਰਭੂ ਦੀ ਸਿਫਤ ਸਲਾਹ ਨੂੰ ਜੇ ਹਿਰਦੇ 'ਚ ਵਸਾ ਲਵੇ ਜਿਹੜੀ ਇਸਤਰੀ, ਤਾਂ ਹੀ ਉਹਦੀ ਜਿਹੜੀ ਪ੍ਰਭੂ ਦੇ ਨਾਲ ਜਾਣ ਪਛਾਣ ਹੋ ਸਕਦੀ ਹੈ, ਪ੍ਰਭੂ ਦੇ ਨਾਲ ਨੇੜਤਾ ਬਣ ਸਕਦੀ ਹੈ। ਉਹਦੇ ਵਿੱਚ ਔਰ ਪ੍ਰਭੂ ਦੇ ਵਿੱਚ ਥੋੜਾ ਸਿਮਿਲੈਰਿਟੀ ਵਾਲੀ ਗੱਲ ਬਣ ਸਕਦੀ ਹੈ ਜੇ ਉਹਦੇ ਅੰਦਰ ਵੀ ਕੁਝ ਗੁਣ ਆ ਜਾਣ, ਜੇ ਉਹ ਵੀ ਪ੍ਰਮਾਤਮਾ ਦੇ ਗੁਣ ਗਾ ਕੇ ਕੁਝ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲਵੇ। ਜਿਹੜੀ ਤੀਸਰੀ ਪੰਕਤੀ 'ਚ ਗੱਲ ਆਈ ਸੀ ਕਿ ਗੁਣ ਸਾਰੇਂਦੀ ਗੁਣ ਸਾਰੀ ਪ੍ਰਭ ਭਾਵਾਂ, ਜੇ ਉਹ ਵਾਲੀ ਅਵਸਥਾ ਬਣ ਜਾਵੇ, ਗੁਣ ਗਾ ਕੇ ਪ੍ਰਮਾਤਮਾ ਦੇ ਗੁਣ ਗਾ ਕੇ ਗੁਣ ਕਹਿ ਗੁਣੀ ਸਮਾਵਨਿਆਂ ਵਾਲੀ ਗੱਲ ਹੋ ਜਾਵੇ, ਪ੍ਰਮਾਤਮਾ ਦੇ ਗੁਣ ਗਾ ਕੇ ਕੋਈ ਉਹ ਗੁਣਾਂ ਨੂੰ ਆਪ ਹੀ ਆਪਣੇ ਜੀਵਨ 'ਚ ਧਾਰਨ ਕਰ ਲਵੇ, ਤਾਂ ਉਹਦੇ ਵਿੱਚ ਤੇ ਪ੍ਰਮਾਤਮਾ ਦੇ ਵਿੱਚ ਮਾਨੋ ਕੁਝ ਥੋੜੇ ਜਿਹੇ ਸਿਮਿਲੈਰਿਟੀ ਬਣ ਜਾਂਦੀ ਹੈ। ਤੇ ਜਾਣ ਪਛਾਣ ਔਰ ਰਿਸ਼ਤਾ ਉਹਨਾਂ ਲੋਕਾਂ ਵਿੱਚ ਹੀ ਬਣਦਾ ਹੈ ਜਿਨ੍ਹਾਂ ਦੇ ਅੰਦਰ ਕੋਈ ਸਿਮਿਲੈਰਿਟੀ ਹੁੰਦੀ ਹੈ, ਕੁਝ ਗੁਣਾਂ ਦੀ ਸਾਂਝ ਹੁੰਦੀ ਹੈ। ਤੋ ਇਹ ਗੁਣਾਂ ਦੀ ਸਾਂਝ ਹੀ ਜਿਹੜੀ ਹੈ ਉਹ ਜੀਵ ਇਸਤਰੀ ਨੂੰ ਪ੍ਰਮਾਤਮਾ ਦੇ ਨੇੜੇ ਕਰਦੀ ਹੈ ਤੇ ਇਸ ਕਾਬਿਲ ਬਣਾਉਂਦੀ ਹੈ ਕਿ ਪ੍ਰਮਾਤਮਾ ਬਖਸ਼ਿਸ਼ ਕਰਕੇ ਉਹਨੂੰ ਆਪਣੇ
ਹੋਰ ਨੇੜੇ ਕਰਕੇ ਆਪਣੇ ਮਹਿਲ ਦੇ ਵਿੱਚ ਥਾਂ ਦੇ ਦੇਵੀ। ਤੋ ਐਸੀ ਇਸਤਰੀ ਤਿਸ ਜੈਸੀ ਤੋਂ ਭਾਵ ਹੈ ਕਿ ਉਹਦੇ ਅੰਦਰ ਵੀ ਕੁਝ ਪਰਮਾਤਮਾ ਵਾਲੇ ਗੁਣ ਜਿਹੜੇ ਹਨ ਉਹ ਪ੍ਰਗਟ ਹੋ ਜਾਣ, ਪਰ ਇਹ ਗੁਣ ਧਾਰਨ ਹੁੰਦੇ ਤਾਂ ਹੀ ਹਨ ਜੇ ਇਹ ਵੀ ਪਰਮਾਤਮਾ ਆਪ ਬਖਸ਼ਿਸ਼ ਕਰਦਾ ਹੈ, ਤਾਂ ਫਿਰ ਉਹ ਪਰਮਾਤਮਾ ਦੀ ਮਿਹਰ ਦੇ ਕਰਕੇ ਉਹਦੇ ਵਰਗੀ ਹੋ ਜਾਂਦੀ ਹੈ ਤੇ ਉਹਨੂੰ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਫਿਰ ਪਰਮਾਤਮਾ ਦੇ ਮਹਿਲ ਦੇ ਵਿੱਚ ਟਿਕਾਣਾ ਮਿਲ ਜਾਂਦਾ ਹੈ। ਨਾਨਕ ਜੇਠ ਜਾਣੈ ਤਿਸ ਜੈਸੀ, ਇਸ ਜੇਠ ਦੇ ਮਹੀਨੇ ਦੇ ਵਿੱਚ, ਜੇਠ ਦੀ ਤਪਦੀ ਗਰਮੀ ਦੇ ਵਿੱਚ ਉਹਦੇ ਵਰਗੀ ਜੀਵ ਇਸਤਰੀ ਹੋ ਜਾਂਦੀ, ਉਹਦੀ ਪ੍ਰਭੂ ਨਾਲ ਜਾਣ ਪਛਾਣ ਹੋ ਜਾਂਦੀ ਹੈ ਜੇ ਪ੍ਰਭੂ ਆਪ ਬਖਸ਼ਿਸ਼ ਕਰਕੇ ਆਪਣੀ ਮਿਹਰ ਸਦਕਾ ਉਹਦੇ ਅੰਦਰ ਉਹ ਗੁਣਾਂ ਦੀ ਦਾਤ ਪਾ ਦੇਵੇ ਤਾਂ ਫਿਰ ਪਰਮਾਤਮਾ ਦੇ ਨਾਲ ਉਸ ਨੂੰ ਨੇੜਤਾ ਮਿਲ ਜਾਂਦੀ ਹੈ ਤੇ ਫਿਰ ਅੰਦਰੋਂ ਉਹਦੇ ਵਿਕਾਰਾਂ ਦੀ ਤਪਸ਼ ਵੀ ਖਤਮ ਹੋ ਜਾਂਦੀ ਹੈ। ਤੋ ਜੇਠ ਮਹੀਨੇ ਦਾ ਜਿਹਦੇ ਤੋਂ ਸਾਰੀ ਲੋਕਾਈ ਵਾਕਫ ਹੈ ਕਿ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਹੈ, ਕਿਸ ਤਰ੍ਹਾਂ ਦਾ ਮੌਸਮ ਹੁੰਦਾ ਹੈ, ਕਿਹੋ ਜਿਹੇ ਹਾਲਾਤ ਹੁੰਦੇ ਹਨ, ਤਾਂ ਉਹ ਗੱਲ ਸਿਰਫ ਕਿ ਜੇਠ ਦਾ ਨਾਮ ਲੈਣ ਦੇ ਨਾਲ ਹੀ ਉਹ ਸਾਰੇ ਅਹਿਸਾਸ ਜਿਹੜੇ ਹਨ ਬੰਦੇ ਦੇ ਮਨ ਦੇ ਵਿੱਚ ਆ ਜਾਂਦੇ ਹਨ ਤੇ ਉਹਦੇ ਕੰਪੈਰੀਜ਼ਨ ਕੀਤਾ ਹੈ ਮਨ ਦੀ ਉਸ ਅਵਸਥਾ ਦੇ ਨਾਲ ਜਿੱਥੇ ਅੰਦਰ ਵਿਕਾਰਾਂ ਦੇ ਕਾਰਨ ਕਰਕੇ ਮਨ ਜਿਹੜਾ ਹੈ ਉਹ ਵੀ ਜੇਠ ਦੀ ਤਪਸ਼ ਵਰਗਾ ਤਪਿਆ ਪਿਆ ਹੈ। ਉਹਦਾ ਇਲਾਜ ਹੈ ਉਹ ਠੰਡੀ ਹਵਾ ਦਾ ਬੁੱਲਾ ਜਿਹੜਾ ਗੁਣਾਂ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ। ਧਨ ਬਿਨੋ ਕਰੇਂਦੀ ਗੁਣ ਸਾਰੇਂਦੀ, ਗੁਣ ਸਾਰੀ ਪ੍ਰਭ ਭਾਵਾਂ, ਉਹ ਮਿਲ ਜਾਵੇ ਤਾਂ ਫਿਰ ਸੱਚੈ ਮੈਲ ਰਹਿ ਬੈਰਾਗੀ, ਆਵਨ ਦੇ ਤਾਂ ਆਵਨ, ਉਹ ਫਿਰ ਬਖਸ਼ਿਸ਼ ਕਰਕੇ ਅੰਦਰ ਆਉਣ ਦੀ ਇਜਾਜ਼ਤ ਦੇ ਦਿੰਦਾ ਹੈ ਤੇ ਫਿਰ ਉਹਦੇ ਨਾਲ ਜਾਣ ਪਛਾਣ ਹੋ ਜਾਂਦੀ ਹੈ। ਨਾਨਕ ਜੇਠ ਜਾਣੈ ਤਿਸ ਜੈਸੀ, ਕਰਮ ਮਿਲੈ ਗੁਣ ਗੈਲੀ, ਗੁਣਾਂ ਨੂੰ ਗ੍ਰਹਿਣ ਕਰ ਲੈਂਦੀ ਹੈ, ਉਹ ਗੁਣਾਂ ਦੀ ਧਾਰਨੀ ਬਣ ਜਾਂਦੀ ਹੈ ਤੇ ਉਹ ਗੁਣਾਂ ਦੇ ਕਾਰਨ ਕਰਕੇ ਉਹਦੇ ਵਿੱਚ ਤੇ ਪਰਮਾਤਮਾ ਦੇ ਵਿੱਚ ਇਕਸਾਰਤਾ ਇੱਕੋ ਜਿਹਾ ਸਾਂਝ ਜਿਹੜੀ ਪੈ ਜਾਂਦੀ ਹੈ ਤੇ ਪਰਮਾਤਮਾ ਦੇ ਨਾਲ ਨੇੜਤਾ ਨਸੀਬ ਹੋ ਜਾਂਦੀ ਹੈ। ਅਗਲਾ ਜੋ ਛੰਤ ਹੈ ਉਹ ਅਸ਼ਾढ़ ਮਹੀਨੇ ਦੀ ਗੱਲ ਕਰਦਾ ਹੈ, ਉਦੋਂ ਵੀ ਤਕਰੀਬਨ ਰਲਦੀ ਮਿਲਦੀ ਅਵਸਥਾ ਹੀ ਹੈ। तो आओ पहले अषाढ़ वाले छंत का पाठ कर लीजिए। आषाढ़ भला सूरज गगन तपै, धरती दुख सहै, सोखै अगन पखै, अगन रस सोखै, मरियै धोखै, पी सो किरत न हारे, रथ फिरै छाया धन ताकै, टींड लवै मझ बारे, अवगन बांध चली दुख आगै, सुख तिस साच संभाले, नानक जिसनो ये मन दिया, मरण जीवन प्रभ नाले। ਅਸਾੜ ਇਹਨੂੰ ਹਾੜ ਵੀ ਕਹਿੰਦੇ ਹਨ। ਆਮ ਸਾਡੀ ਬੋਲਚਾਲ ਵਿੱਚ ਅਸੀਂ ਕਈ ਵਾਰੀ ਇਕੱਠੇ ਮਹੀਨਿਆਂ ਦੇ ਨਾਮ ਲੈਂਦੇ ਆ, ਜੇਠ ਹਾੜ। ਸਭ ਫਸਲ ਵੀ ਜਿਹੜੀ ਇਸ ਮਹੀਨੇ ਹੁੰਦੀ ਆ ਉਹਨੂੰ ਵੀ ਹਾੜੀ ਕਰਕੇ ਕਿਹਾ ਜਾਂਦਾ ਹੈ, ਹਾੜੀ ਦੀ ਫਸਲ। तो आषाढ़ ओरिजिनली संस्कृत तो आया है, आषाढ़ तो पंजाबी च आके हाड़ बन गया है, पर गुरु साहब ने जड़ा है ओरिजिनल आषाढ़ लफज ही इस्तेमाल किया है। आषाढ़ भला सूरज गगन तपै, गगन ਦੇ ਨੰਨੇ ਨੂੰ ਸਿਆਰੀ ਹੈ, ਗगन ਦੇ ਵਿੱਚ ਆਕਾਸ਼ ਦੇ ਵਿੱਚ ਸੂਰਜ ਤਪਦਾ ਹੈ। ਸੂਰਜ ਤਪਦਾ ਹੈ तो ਜੋ ਉਹਦਾ ਅਸਰ ਹੁੰਦਾ ਹੈ ਸਭ ਨੂੰ ਪਤਾ ਹੈ ਤੇ ਫਿਰ ਉਸ ਮਹੀਨੇ ਵੀ ਫਿਰ ਗਰਮੀ ਰੱਜ ਕੇ ਪੈਂਦੀ ਹੈ। ਜੇ ਜੇਠ ਦੇ ਮਹੀਨੇ ਵਿੱਚ ਗੱਲ ਆਈ ਸੀ ਕਿ ਥਲ ਤਪ ਹੈ, ਤਾਂ ਇੱਥੇ ਵੀ ਉਹਨੂੰ ਉਹੀਓ ਗੱਲ ਕਰ ਰਹੇ ਹਨ ਕਿ ਧਰਤੀ ਦੁੱਖ ਸਹੈ, ਸੁੱਖ ਹੈ ਅਗਨ ਪਖੈ। ਉੱਥੇ ਗੱਲ ਆਈ ਸੀ ਕਿ ਥਲ ਤਪ ਹੈ, ਸਰ ਪਹਾੜ ਵਰਗੇ, ਭੱਠੀ ਵਰਗੇ ਥਲ ਜਿਹੜੇ ਹਨ ਧਰਤੀ ਦੇ ਹਿੱਸੇ ਤਪਦੇ ਹਨ। ਇੱਥੇ ਵੀ ਕਹਿ ਰਹੇ ਹਨ ਕਿ ਧਰਤੀ ਦੁੱਖ ਸਹੈ, ਸੁੱਖ ਹੈ ਅਗਨ ਪਖੈ। ਉਹ ਜੋ ਸੂਰਜ ਤਪਦਾ ਹੈ ਆਕਾਸ਼ ਵਿੱਚ, ਧਰਤੀ ਦੀ ਤਪਸ਼ ਵੱਧਦੀ ਹੈ, ਧਰਤੀ ਗਰਮ ਹੁੰਦੀ ਜਾਂਦੀ ਹੈ ਤੇ ਧਰਤੀ ਦੀ ਨਮੀ ਜਿਹੜੀ ਹੈ ਉਹਨੂੰ ਵੀ ਇਹ ਤਪਸ਼ ਸੋਖ ਲੈਂਦੀ ਹੈ, ਸੁਕਾ ਦਿੰਦੀ ਹੈ। ਧਰਤੀ ਵੀ ਸੁੱਕੀ ਹੋਣੀ ਸ਼ੁਰੂ ਹੋ ਜਾਂਦੀ ਹੈ। ਤੁਸੀਂ ਬੜੀ ਵਾਰੀ ਦੇਖਿਆ ਹੋਏਗਾ ਕਈ ਜਗ੍ਹਾ ਤੇ, ਖਾਸ ਤੌਰ ਤੇ ਜਿੱਥੇ ਰੇਗਿਸਤਾਨ ਦੇ ਇਲਾਕੇ ਹਨ ਜਾਂ ਹੋਰ ਐਸੇ ਇਲਾਕੇ ਹਨ ਜਿੱਥੇ ਅੰਡਰਗਰਾਉਂਡ ਵਾਟਰ ਜਿਹੜਾ ਹੈ ਉਹ ਘੱਟ ਹੁੰਦਾ ਹੈ,
ਤਾਂ ਬਹੁਤ ਜ਼ਿਆਦਾ ਗਰਮੀਆਂ ਦੇ ਦਿਨਾਂ ਦੇ ਵਿੱਚ ਉੱਥੋਂ ਦੀ ਜ਼ਮੀਨ ਜਿਹੜੀ ਹੈ ਉਹਦੇ 'ਚ ਕਰੈਕ ਆ ਜਾਂਦੇ ਹਨ। ਉੱਥੋਂ ਦੀ ਧਰਤੀ ਦੀ ਜਿਹੜੀ ਮਿੱਟੀ ਹੈ ਬਿਲਕੁਲ ਸੁੱਕੀ ਹੋ ਜਾਂਦੀ ਹੈ ਔਰ ਉਹ ਫਿਰ ਕਰੈਕ ਹੋ ਜਾਂਦੀ ਹੈ। ਉਹ ਇਸ ਕਰਕੇ ਹੁੰਦਾ ਹੈ ਕਿ ਬਿਲਕੁਲ ਡੀਹਾਈਡਰੇਟ ਹੋ ਜਾਂਦੀ ਹੈ, ਨਮੀ ਜਿਹੜੀ ਥੋੜੀ ਬਹੁਤ ਹੁੰਦੀ ਵੀ ਹੈ ਉਸ ਇਲਾਕੇ ਦੇ ਅੰਦਰ, ਉਹ ਵੀ ਫਿਰ ਸੂਰਜ ਦੀ ਗਰਮੀ ਦੇ ਨਾਲ ਸੁੱਕ ਜਾਂਦੀ ਹੈ ਤੇ ਬਿਲਕੁਲ ਸੁੱਕ ਜਾਂਦੀ ਹੈ ਤੇ ਸੁੱਕ ਕੇ ਜ਼ਮੀਨ ਵੀ ਕਰੈਕ ਹੋ ਜਾਂਦੀ ਹੈ। तो आषाढ़ भला सूरज गगन तपै धरती दुख सहै सुख है अगन पखै। तो ज्यों-ज्यों सूरज ਧਰਤੀ ਦੀ ਨਮੀ ਨੂੰ ਸੁਖਾਉਂਦਾ ਹੈ, ਧਰਤੀ ਦੁੱਖ ਸਹਾਰਦੀ ਹੈ, ਧਰਤੀ ਦੇ ਜੀਵ ਜੰਤ ਵੀ ਔਖੇ ਹੁੰਦੇ ਹਨ ਤੇ ਅੱਗ ਦੇ ਵਾਂਗ ਜਿਵੇਂ ਧਰਤੀ ਜਿਹੜੀ ਆ ਭਖਣੀ ਸ਼ੁਰੂ ਹੋ ਜਾਂਦੀ ਹੈ। ਜਿੱਥੇ ਕਿਤੇ ਮੰਨ ਲਓ ਕਿਤੇ ਅੱਗ ਲੱਗੀ ਹੋਈ ਹੋਵੇ ਤੇ ਜਿਹੜਾ ਬੰਦਾ ਵੀ ਅੱਗ ਦੇ ਨੇੜੇ ਹੋਵੇ ਉਹਨੂੰ ਅੱਗ ਦਾ ਸੇਕ ਜਿਹੜਾ ਹੈ ਉਹ ਪਰੇਸ਼ਾਨ ਕਰਦਾ ਹੈ। ਅਗਰ ਜੇ ਅੱਗੋਂ ਮੌਸਮ ਵੀ ਗਰਮ ਹੋਵੇ ਤੇ ਨਾਲ ਅੱਗ ਵੀ ਤਪਦੀ ਵੀ ਹੋਵੇ ਤਾਂ ਬੰਦਾ ਵੀ ਦੁਖੀ ਹੁੰਦਾ ਹੈ। ਤੋ ਇਹ ਸਾਰੀ ਧਰਤੀ ਜਿਹੜੀ ਹੈ ਇਸ ਗਰਮੀ ਦਾ ਕਸ਼ਟ ਜਿਹੜੀ ਸਹਾਰਦੀ ਹੈ। ਫਿਰ ਹੋਰ ਇਸ ਤੋਂ ਅੱਗੇ ਕੀ ਹੁੰਦਾ ਹੈ ਕਿ ਅਗਨ ਰਸ ਸੋਖੈ ਮਰੀਐ ਧੋਖੈ ਈਸੋ ਕਿਰਤ ਨ ਹਾਰੇ। ਹੁਣ ਜਿਉਂ-ਜਿਉਂ ਗਰਮੀ ਪੈਂਦੀ ਹੈ, ਗਰਮੀ ਵੱਧਦੀ ਹੈ, ਸੂਰਜ ਤਾਂ ਤਪਦਾ ਹੀ ਰਹਿੰਦਾ ਹੈ ਕਿਉਂਕਿ ਇਸ ਮਹੀਨੇ ਦੇ ਵਿੱਚ ਬਰਸਾਤ ਤਾਂ ਘੱਟ ਵੱਧ ਹੀ ਹੁੰਦੀ ਹੈ। ਤਾਂ ਸੂਰਜ ਪੂਰੇ ਆਪਣੇ ਜ਼ੋਰ ਦੇ ਨਾਲ ਤਪਦਾ ਹੈ ਤੇ ਜਿਉਂ-ਜਿਉਂ ਸੂਰਜ ਤਪਦਾ ਹੈ ਤਾਂ ਧਰਤੀ ਦੇ ਵਿੱਚੋਂ ਪਾਣੀ ਸੁੱਕਣਾ ਸ਼ੁਰੂ ਹੋ ਜਾਂਦਾ ਹੈ। ਅਗਨ ਰਸ ਸੋਖਾ ਹੈ। ਰਸ ਲਫ਼ਜ਼ ਜਿਹੜਾ ਹੈ ਉਹ ਧਰਤੀ ਦੇ ਪਾਣੀ ਦੇ ਵਾਸਤੇ ਲਫ਼ਜ਼ ਇਸਤੇਮਾਲ ਕੀਤਾ ਹੈ ਕਿ ਇਸ ਅੱਗ ਦੇ ਰਾਹੀਂ ਉਹ ਰਸ ਸੁੱਕਦਾ ਜਾਂਦਾ ਹੈ, ਧਰਤੀ ਦੇ ਵਿੱਚੋਂ ਪਾਣੀ ਮੁੱਕਦਾ ਜਾਂਦਾ ਹੈ ਤੇ ਧੋਖਾ ਦਾ ਭਾਵ ਹੈ ਧੁੱਖ ਕੇ। ਜਦੋਂ ਲਗਾਤਾਰ ਗਰਮੀ ਬੰਦੇ ਨੂੰ ਲੱਗਦੀ ਰਹਿੰਦੀ ਹੈ ਤੇ ਜਿਵੇਂ ਜਾਂ ਅੱਗ ਲੱਗੀ ਹੁੰਦੀ ਹੈ ਤੇ ਥੋੜੇ ਚਿਰ ਦੇ ਬਾਅਦ ਉਹਦੇ ਅੰਦਰ ਜਿਵੇਂ ਅੱਗ ਬਲਦੀ ਹੋਵੇ ਤੇ ਉਹਦੇ 'ਚ ਚੰਗਿਆੜੇ ਹੁੰਦੇ ਹਨ ਤਾਂ ਉਹਦੇ ਬਾਰੇ ਕਿਹਾ ਜਾਂਦਾ ਵੀ ਅੱਗ ਧੁਖਦੀ ਪਈ ਹੈ। ਥੋੜੀ ਬਹੁਤੀ ਕਿਸੇ ਨੂੰ ਲੱਗਦਾ ਹੈ ਕਿ ਥੋੜੀ ਨੀਵੀਂ ਹੁੰਦੀ ਹੈ, ਫਿਰ ਉਸ ਤੋਂ ਬਾਅਦ ਫਿਰ ਉੱਚੀ ਉਹਦੀ ਲਾਟ ਉੱਚੀ ਹੋ ਜਾਂਦੀ ਹੈ। ਉਹ ਕਹਿੰਦੇ ਨੇ ਅੱਗ ਧੁਖ ਰਹੀ ਹੈ। ਤੋ ਕੰਟੀਨਿਊਸਲੀ ਜਿਹੜਾ ਸੇਕ ਜਿਹੜਾ ਹੈ ਉਹ ਬੰਦੇ ਨੂੰ ਫਿਰ ਵੀ ਆਉਂਦਾ ਹੈ ਤੇ ਉਸ ਧੁਖਦੀ ਹੋਈ ਅੱਗ ਦਾ ਨਾਲ ਬੰਦਾ ਉਹਦੀ ਮਾਰ ਸਹਾਰਦਾ ਰਹਿੰਦਾ ਹੈ। ਤੋ ਉਸ ਚੀਜ਼ ਨੂੰ ਇੱਥੇ ਬਿਆਨ ਕੀਤਾ ਹੈ ਕਿ ਮਰੀਆ ਧੁੱਖ ਹੈ। ਉਸ ਧੁਖਦੀ ਅੱਗ ਦੇ ਨਾਲ ਬੰਦਾ ਜਿਹੜਾ ਹੈ ਤਰਾ ਕੇ ਦੁਖੀ ਹੁੰਦਾ ਹੈ। ਹਰ ਇਨਸਾਨ ਉਸ ਦੀ ਗਰਮੀ ਤੋਂ ਪਰੇਸ਼ਾਨ ਹੁੰਦਾ ਹੈ ਪਰ ਭੀ ਸੋ ਕਿਰਤ ਨਾ ਹਾਰੇ। ਪਰ ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਧਰਤੀ ਦੇ ਜੀਵ ਸਾਰੇ ਦੁਖੀ ਹੋ ਰਹੇ ਹਨ। ਧਰਤੀ ਦਾ ਪਾਣੀ ਅੰਦਰੋਂ ਸੁੱਕਦਾ ਜਾ ਰਿਹਾ ਹੈ ਪਰ ਸੂਰਜ ਆਪਣਾ ਕੰਮ ਨਹੀਂ ਛੱਡਦਾ। ਉਹਦੀ ਜੋ ਡਿਊਟੀ ਲੱਗੀ ਹੋਈ ਹੈ ਉਹ ਆਪਣੀ ਡਿਊਟੀ ਕਰੀ ਜਾ ਰਿਹਾ। ਸੋ ਲਫ਼ਜ਼ ਜਿਹੜਾ ਹੈ ਉਹ ਸੂਰਜ ਵਾਸਤੇ ਆਇਆ ਹੈ। ਭੀ ਫਿਰ ਵੀ ਅਗਨ ਦਾ ਸੁੱਖ ਹੈ ਮਰੀਆ ਧੁੱਖ ਹੈ। ਭਾਵੇਂ ਅੱਗ ਜਿਹੜੀ ਹੈ ਜ਼ਮੀਨ ਦਾ ਪਾਣੀ ਸੁਖਾ ਰਹੀ ਹੈ, ਉਸ ਦੁੱਖ ਦੀ ਅੱਗ ਦੇ ਨਾਲ ਜੀਵ ਜੰਤ ਦੁਖੀ ਹੋ ਰਹੇ ਹਨ, ਉਹਦੀ ਮਾਰ ਸਹਾਰ ਰਹੇ ਹਨ ਪਰ ਫਿਰ ਵੀ ਸੋ ਉਹ ਸੂਰਜ ਕਿਰਤ ਨਾ ਹਾਰੇ, ਉਹ ਆਪਣਾ ਕੰਮ ਨਹੀਂ ਛੱਡਦਾ। ਉਹ ਜਿਹੜਾ ਕੰਮ ਉਹਨੂੰ ਮਿਲਿਆ ਹੈ, ਸੂਰਜ ਦਾ ਕੰਮ ਹੈ ਤਪਣਾ, ਉਹ ਆਪਣਾ ਕੰਮ ਨਹੀਂ ਛੱਡਦਾ। ਪਰਮਾਤਮਾ ਨੇ ਸ੍ਰਿਸ਼ਟੀ ਦੀ ਰਚਨਾ ਹੀ ਇਸ ਤਰੀਕੇ ਦੇ ਨਾਲ ਕੀਤੀ ਹੈ ਕਿ ਕੁਦਰਤ ਦੇ ਜਿਹੜੇ ਅੰਗ ਦੀ ਜੋ ਡਿਊਟੀ ਲੱਗੀ ਹੋਈ ਹੈ ਉਹ ਆਪਣਾ ਕੰਮ ਉਹ ਕਰੀ ਜਾਂਦੇ ਹਨ। ਹੁਣ ਉਸ ਦੇ ਨਾਲ ਆਲੇ ਦੁਆਲੇ ਵਿੱਚ ਕੀ ਹੋ ਰਿਹਾ ਹੈ, ਜ਼ਮੀਨ ਤੇ ਕੀ ਅਸਰ ਹੋ ਰਿਹਾ ਹੈ, ਜ਼ਮੀਨ ਤੇ ਵਸਣ ਵਾਲੇ ਜੀਵ ਜੰਤੂਆਂ ਨੂੰ ਕੀ ਅਸਰ ਪੈ ਰਿਹਾ ਹੈ, ਉਹ ਸਭ ਉਸ ਮਰਿਆਦਾ ਦੇ ਅਧੀਨ ਹੈ, ਉਸ ਸਿਸਟਮ ਦੇ ਅਧੀਨ ਹੈ। ਹੁਣ ਬਰਸਾਤਾਂ ਆਉਂਦੀਆਂ ਹਨ, ਕਈ ਜਗ੍ਹਾ ਤੇ ਬਹੁਤ ਜ਼ਿਆਦਾ ਬਰਸਾਤ ਪੈਂਦੀ ਹੈ, ਪਾਣੀ ਦਾ ਹੜ੍ਹ ਹੀ ਜਿਵੇਂ ਆ ਜਾਂਦਾ ਹੈ, ਦਰਿਆਵਾਂ 'ਚ ਹੜ੍ਹ ਆ ਜਾਂਦਾ ਹੈ, ਉਹਦੇ ਨਾਲ ਵੀ ਕਈ ਲੋਕਾਂ ਨੂੰ ਬੜਾ ਨੁਕਸਾਨ ਹੁੰਦਾ ਹੈ। ਪਰ ਇਹ ਸਭ ਕੁਝ ਜੋ ਹੈ ਉਹ ਨਿਯਮ ਕੁਦਰਤ ਦੇ ਬਣਾਏ, ਪ੍ਰਮਾਤਮਾ ਦੇ ਬਣਾਏ ਨਿਯਮਾਂ ਦੇ ਅਧੀਨ ਹੀ ਹੈ। ਭੂਚਾਲ ਵੀ ਆਉਂਦੇ ਹਨ, ਉਹਦੇ ਨਾਲ ਵੀ ਲੋਕਾਂ ਦਾ ਬੜਾ ਨੁਕਸਾਨ ਹੁੰਦਾ ਹੈ। ਪਰ ਨੁਕਸਾਨ ਨਫਾ ਜਿਹੜਾ ਹੈ ਵੀ ਪਾਰਟ ਆਫ ਉਸ ਗੇਮ ਹੈ, ਉਸ ਗੇਮ ਦਾ ਪਾਰਟ ਹੈ ਜੋ ਪਰਮਾਤਮਾ ਨੇ ਸ੍ਰਿਸ਼ਟੀ ਰਚਨਾ ਕਰਕੇ ਜਿਹੜਾ ਇਹ ਕੌਤਕ ਜਿਹੜਾ ਹੈ ਚੋਜ ਰਚਿਆ ਹੈ, ਇਹ ਸਭ ਉਹਦਾ ਹਿੱਸਾ ਹੈ। ਲੋਕ ਕੰਪਲੇਂਟ ਕਰਦੇ ਰਹਿੰਦੇ ਹਨ, ਇਹ ਜੀ ਇਹ ਸੁਨਾਮੀ ਕਿਉਂ ਆ ਗਈ, ਇਹ ਜਵਾਲਾਮੁਖੀ ਕਿਉਂ ਫਟ ਗਿਆ, ਭੂਚਾਲ ਕਿਉਂ ਆ ਗਿਆ, ਇਹ ਤੂਫਾਨ ਕਿਉਂ ਆ ਗਿਆ। ਲੋਕਾਂ ਦੀ ਮੁਕਦੀ ਨਹੀਂ ਹੈ। ਪਰ ਜੋ ਕੁਝ ਵੀ ਹੋ ਰਿਹਾ ਹੈ ਉਹ ਸਭ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਹੋ ਰਿਹਾ ਹੈ, ਉਹਦੇ ਬਣਾਏ ਹੋਏ ਨਿਯਮਾਂ ਦੇ ਅਧੀਨ ਹੋ ਰਿਹਾ ਹੈ। ਜੇ ਸਾਨੂੰ ਸੁੱਖ ਪ੍ਰਾਪਤ ਹੁੰਦੇ ਹਨ ਉਹ ਵੀ ਉਹਦੇ ਨਿਯਮਾਂ ਦੇ ਅਧੀਨ ਹੀ ਹੁੰਦੇ ਹਨ ਤੇ ਜੇ ਕੋਈ ਦੁੱਖ ਕਦੀ ਆਉਂਦੇ ਹਨ ਉਹ ਵੀ ਉਹਦੀ ਮਰਿਆਦਾ, ਉਹਦੇ ਬਣਾਏ
ਨਿਯਮਾਂ ਦੇ ਅਧੀਨ ਹੀ ਇਹ ਪ੍ਰਾਪਤ ਹੁੰਦੇ ਹਨ। ਤੋ ਇਸ ਕਰਕੇ ਜੋ ਕੁਦਰਤ ਦੇ ਜਿਸ ਅੰਗ ਦੀ ਜੋ ਡਿਊਟੀ ਪਰਮਾਤਮਾ ਨੇ ਲਗਾਈ ਹੈ, ਉਹ ਸਾਰੇ ਉਹਦੀ ਰਜ਼ਾ ਦੇ ਵਿੱਚ ਰਾਜ਼ੀ ਰਹਿ ਕੇ ਉਹਦਾ ਹੁਕਮ ਦੀ ਕਾਰ ਕਮਾਈ ਜਾਂਦੇ ਹਨ। ਉਹ ਸਾਰੇ ਉਹਦੇ ਹੁਕਮ ਵਿੱਚ ਹੀ ਚੱਲਦੇ ਹਨ। ਜੋ ਜਪਜੀ ਦੇ ਅੰਦਰ ਗਾਵੇ ਦੀ ਪੌੜੀ ਹੈ, ਉਹਦੇ ਅੰਦਰ ਵੀ ਸਾਰੇ ਕੁਦਰਤ ਦੇ ਜਿੰਨੇ ਅੰਗ ਹਨ, ਉਹਨਾਂ ਦੇ ਅੰਦਰ ਉਹਨਾਂ ਦੇ ਨਾਲ ਜੋ ਲਫ਼ਜ਼ ਗਾਵੇ ਦਾ ਜਾਂ ਗਾਵੇਂ ਦਾ ਇਸਤੇਮਾਲ ਕੀਤਾ ਗਿਆ ਹੈ, ਉਹਦਾ ਭਾਵ ਇਹ ਹੈ ਕਿ ਉਹ ਪਰਮਾਤਮਾ ਦੇ ਗੁਣ ਗਾ ਰਹੇ ਹਨ, ਉਹਦੀ ਰਜ਼ਾ ਦੇ ਵਿੱਚ ਰਾਜ਼ੀ ਰਹਿ ਕੇ ਉਹਦਾ ਹੁਕਮ ਵਜਾ ਰਹੇ ਹਨ। ਜੋ ਆਸਾ ਕੀ ਵਾਰ ਦੇ ਅੰਦਰ ਭੈ ਵਾਲੀ ਜੋ ਭੈ ਵਾਲਾ ਜਿਹੜਾ ਸ਼ਲੋਕ ਆਉਂਦਾ, ਭੈ ਵਿੱਚ ਅਗਨ ਵਹੈ ਤੇ ਇਸ ਤਰ੍ਹਾਂ ਹੀ ਹੋਰ ਭੈ ਵਿੱਚ ਚੱਲਣਾ ਲੱਖ ਦਰਿਆਓ, ਤੋ ਉਹ ਸਾਰੇ ਵੀ ਪਰਮਾਤਮਾ ਦੇ ਭੈ ਵਿੱਚ ਪਰਮਾਤਮਾ ਦੀ ਰਜ਼ਾ ਦੇ ਵਿੱਚ ਆਪੋ ਆਪਣਾ ਕੰਮ ਕਰ ਰਹੇ ਹਨ। ਤੋ ਸੂਰਜ ਨੇ ਵੀ ਆਪਣਾ ਕੰਮ ਕਰਨਾ ਹੈ। ਭਾਵੇਂ ਜ਼ਮੀਨ ਦੇ ਅੰਦਰੋਂ ਪਾਣੀ ਸੁੱਕ ਰਿਹਾ ਹੈ, ਲੋਕ ਗਰਮੀ ਦੇ ਨਾਲ ਦੁਖੀ ਹੋ ਰਹੇ ਹਨ, ਉਹਦੀ ਮਾਰ ਗਰਮੀ ਦੀ ਸਹਾਰ ਰਹੇ ਹਨ, ਪਰ ਸੂਰਜ ਨੇ ਜੋ ਕਰਨਾ ਹੈ, ਉਹ ਉਹਨੂੰ ਜੋ ਡਿਊਟੀ ਲੱਗੀ ਹੈ ਉਹ ਕਰ ਰਿਹਾ ਹੈ। ਪੀ ਸੋ ਕਿਰਤ ਨਾ ਹਾਰੇ, ਉਹ ਆਪਣਾ ਕੰਮ ਨਹੀਂ ਛੱਡਦਾ, ਉਹਨੇ ਤਪਣਾ ਹੈ ਤਾਂ ਤਪਣਾ ਹੀ ਹੈ। ਜਦੋਂ ਕਦੀ ਵੀ ਪਰਮਾਤਮਾ ਦੇ ਨਿਯਮਾਂ ਦੇ ਅਨੁਸਾਰ ਅੱਗੇ ਬੱਦਲ ਆਣਗੇ, ਉਹਦੀ ਧੁੱਪ ਤੋਂ ਇਨਸਾਨਾਂ ਨੂੰ ਰਾਹਤ ਮਿਲੇਗੀ। ਇਸੇ ਕਰਕੇ ਹੀ ਦੁਨੀਆ ਦੇ ਵਿੱਚ ਲੋਕ ਪਹਿਲਾਂ ਤਾਂ ਉਹਨਾਂ ਨੂੰ ਪਤਾ ਹੈ ਕਿ ਵੀ ਮੌਸਮ ਦੀ ਚਾਲ ਜਿਹੜੀ ਹੁੰਦੀ ਹੈ, ਤਾਂ ਉਹਦੇ ਵਿੱਚ ਗਰਮੀਆਂ ਵੀ ਆਉਂਦੀਆਂ ਹਨ, ਬਰਸਾਤ ਵੀ ਆਉਂਦੀ ਹੈ, ਸਰਦੀ ਵੀ ਆਉਂਦੀ ਹੈ। ਤਾਂ ਉਹ ਸਮਝਦਾਰ ਜਿਹੜੇ ਇਨਸਾਨ ਹਨ, ਉਹ ਪਹਿਲਾਂ ਤੋਂ ਹੀ ਇਹੋ ਜਿਹੇ ਅਰੇਂਜਮੈਂਟ ਕਰਕੇ ਰੱਖਦੇ ਹਨ ਕਿ ਜਦੋਂ ਗਰਮੀ ਜ਼ਿਆਦਾ ਆਵੇ ਤੇ ਛਾਂ ਵਾਲੀਆਂ ਜਗ੍ਹਾ ਵੀ ਹੋਣੀਆਂ ਚਾਹੀਦੀਆਂ ਹਨ, ਜਿੱਥੇ ਜਾ ਕੇ ਕੁਝ ਗਰਮੀ ਤੋਂ ਬਚਿਆ ਜਾ ਸਕੇ, ਜਾਂ ਗਰਮੀ ਤੋਂ ਛੁਟਕਾਰਾ ਪਾਉਣ ਦੇ ਹੋਰ ਸਾਧਨ ਜਿਹੜੇ ਹਨ ਉਹ ਵੀ ਬਣਾ ਲਏ ਜਾਂਦੇ ਹਨ। ਤੋ ਇਹ ਗੱਲ ਅਗਲੇ ਉਹਦੇ ਵਿੱਚ ਪੰਕਤੀ ਗੁਰੂ ਸਾਹਿਬ ਕਰ ਰਹੇ ਹਨ ਕਿ ਰੱਥ ਫਿਰੈ ਛਾਇਆ ਧਨ ਥਕੈ ਟੀਂਡ ਲਵੈ ਮੰਝ ਬਾਰੇ। ਜਿਉਂ-ਜਿਉਂ ਹੁਣ ਸੂਰਜ ਮਰਿਆਦਾ ਦੇ ਅਧੀਨ ਉਹ ਆਪਣੀ ਚਾਲ ਚੱਲਦਾ ਹੈ, ਸੂਰਜ ਪੂਰਬ ਤੋਂ ਉੱਗ ਕੇ ਉੱਪਰ ਅਸਮਾਨ ਦੇ ਵਿੱਚ ਉੱਪਰ ਆ ਜਾਂਦਾ ਹੈ, ਫਿਰ ਸ਼ਾਮ ਨੂੰ ਪੱਛਮ ਦੇ ਵਿੱਚ ਜਾ ਕੇ ਅਲੋਪ ਹੋ ਜਾਂਦਾ ਹੈ। ਤਾਂ ਉਹਦੀ ਇਹ ਚਾਲ ਆਪਣੀ ਮਰਿਆਦਾ ਦੇ ਵਿੱਚ ਚੱਲਦੀ ਹੈ। ਤਾਂ ਜਿੰਨਾ ਚਿਰ ਸੂਰਜ ਤਪਦਾ ਹੈ, ਉਹਨਾਂ ਚਿਰ ਤਾਂ ਉਹਦੀ ਧੁੱਪ ਚਲਦੀ ਹੀ ਰਹਿੰਦੀ ਹੈ, ਪਰ ਜਿੰਨਾ ਚਿਰ ਸੂਰਜ ਕਾਇਮ ਰਹਿੰਦਾ ਹੈ, ਤਾਂ ਜਿੰਨੇ ਜੀਵ ਹਨ, ਜੀਵ ਇਸਤਰੀ ਜਿਹੜੀ ਹੈ ਉਹ ਛਾਇਆ ਧਨ ਤੱਕ ਹੈ। ਜੀਵ ਇਸਤਰੀ ਛਾਂ ਵਾਲੀ ਥਾਂ ਲੱਭਦੀ ਹੈ, ਸਹਾਰਾ ਲੱਭਦੀ ਹੈ ਛਾਂ ਦਾ, ਕਿ ਵੀ ਕਿਧਰੇ ਛਾਂ ਮਿਲ ਜਾਵੇ ਜਿੱਥੋਂ ਤਾਂ ਕਿ ਗਰਮੀ ਤੋਂ ਬਚਾਅ ਹੋ ਸਕੇ। ਜਿਹੜੇ ਹੋਰ ਜੀਵ ਜੰਤੂ ਹਨ, ਉਹ ਵੀ ਆਪੋ ਆਪਣੇ ਸਮਰੱਥਾ ਦੇ ਮੁਤਾਬਕ, ਆਪੋ ਆਪਣੇ ਕਰੈਕਟਰ ਦੇ ਮੁਤਾਬਕ ਆਪਣੇ ਗਰਮੀ ਦੀ ਤਕਲੀਫ ਦਾ ਅਹਿਸਾਸ ਕਰਦੇ ਹਨ। ਉਹਦੇ ਤੋਂ ਬਚਣ ਦਾ ਜੋ ਉਹਨਾਂ ਨੂੰ ਆਹਾਰ ਸਮਝ ਆਉਂਦੀ, ਜੋ ਉਹਨਾਂ ਦੀ ਸਮਰੱਥਾ ਹੁੰਦੀ ਹੈ, ਉਹਦੇ ਮੁਤਾਬਕ ਉਹ ਰਿਐਕਟ ਕਰਦੇ ਹਨ। ਤੋ ਟੀਂਡ ਲਵੈ ਮੰਝ ਬਾਰੇ, ਟੀਂਡੇ ਦੀ ਇੱਕ ਜਿਹੜਾ ਕੋਈ ਹੁੰਦਾ ਹੈ ਬੀਂਡਾ, ਇਹਦੇ ਬਾਰੇ ਮੈਨੂੰ ਕੋਈ ਪਰਸਨਲ ਨੌਲੇਜ ਨਹੀਂ ਹੈ ਕਿ ਇੱਥੇ ਜੋ ਦਰਪਣ 'ਚ ਅਰਥ ਲਿਖਿਆ ਹੋਇਆ ਹੈ, ਬੀਂਡਾ ਲਿਖਿਆ ਹੋਇਆ ਹੈ। ਸੰਗਤ ਵਿੱਚੋਂ ਕਿਸੇ ਨੂੰ ਇਹਦੇ ਬਾਰੇ ਕੁਝ ਸਮਝ ਹੋਵੇ, ਪਛਾਣ ਹੋਵੇ ਕਿ ਬੀਂਡਾ ਜਾਂ ਟੀਂਡ ਕੀ ਹੁੰਦਾ ਹੈ। ਇਹ ਸਿਰਫ ਇੰਨਾ ਹੀ ਇਹਦੇ ਅਰਥ ਲਿਖੇ ਹਨ ਕਿ ਵੀ ਇਹ ਖੁੱਲੀ ਜੂਹ ਦੇ ਵਿੱਚ, ਬਾਹਰ ਦੇ ਇਲਾਕੇ ਦੇ ਵਿੱਚ ਇਹ ਲਿਉਂ-ਲਿਉਂ ਕਰਦਾ ਹੈ, ਆਪਣੀ ਆਵਾਜ਼ ਕੱਢਦਾ ਹੈ। ਜਿਉਂ-ਜਿਉਂ ਇਹਨੂੰ ਗਰਮੀ ਲੱਗਦੀ ਹੈ ਤੇ ਇਹ ਆਵਾਜ਼ਾਂ ਕੱਢਦਾ ਹੈ। ਉਹ ਇਹ ਕਿਹੜਾ ਜਾਨਵਰ ਜਾਂ ਜੋ ਵੀ ਚੀਜ਼ ਹੁੰਦਾ ਹੈ, ਇਨਸੈਕਟ ਹੈ ਜਾਂ ਕੀ ਹੈ, ਇਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ। ਪਰ ਇਹਦਾ ਅਰਥ ਸਿਰਫ ਇੰਨੇ ਹੀ ਲਿਖੇ ਹਨ ਕਿ ਬਾਹਰ ਜੂਹ ਦੇ ਵਿੱਚ ਉਹ ਵੀ ਰੁੱਖਾਂ ਦੀ ਛਾਂ ਦੇ ਵਿੱਚ ਟੀਂ-ਟੀਂ ਕਰਦਾ ਹੈ। ਭਾਵ ਕਿ ਗਰਮੀ ਤੋਂ ਬਚਣ ਦਾ ਆਹਰ ਕਰਦਾ ਹੈ ਤੇ ਗਰਮੀ ਦਾ ਰਿਐਕਟ ਕਰਦਾ ਹੈ। ਸੋ ਰੱਥ ਫਿਰੈ ਛਾਇਆ ਧਨ ਥਕੈ। ਤੋ ਜਿਹੜੀ ਜੀਵ ਇਸਤਰੀ ਹੈ, ਉਹ ਵੀ ਜਿਹੜੇ ਤਪਸ਼ ਤੋਂ ਬਚਣ ਦੇ ਵਾਸਤੇ ਛਾਂ ਪਾਲਦੀ ਹੈ। ਤੇ ਜਿਹੜੀ ਮਾਨਸਿਕ ਤਪਸ਼ ਹੈ, ਉਹਦੇ ਤੋਂ ਵੀ ਬਚਣ ਦੇ ਵਾਸਤੇ ਇਨਸਾਨ ਦੇ ਮਨ ਦੇ ਵਿੱਚ ਫਿਰ ਇਹ ਅਹਿਸਾਸ ਪੈਦਾ ਹੁੰਦਾ ਹੈ ਕਿ ਜਿਹੜੇ ਵਿਕਾਰਾਂ ਦੀ ਤਪਸ਼ ਮੈਨੂੰ ਪਰੇਸ਼ਾਨ ਕਰ ਰਹੀ ਹੈ, ਉਹਦੇ ਤੋਂ ਬਚਣ ਦੇ ਵਾਸਤੇ ਕੋਈ ਮੈਨੂੰ ਐਸਾ ਤਰੀਕਾ ਲੱਭੇ ਜਿਹੜੇ ਮੇਰੇ ਮਨ ਨੂੰ ਕੋਈ ਸ਼ਾਂਤੀ ਮਿਲ ਸਕੇ, ਜਿਹੜਾ ਮੈਨੂੰ ਇਹ ਵਿਕਾਰਾਂ ਦੀ ਅੱਗ ਤੋਂ ਬਚਾ ਸਕੇ। ਤਾਂ ਇਸ ਕਰਕੇ ਫਿਰ ਉਹ ਅਗਲੀ ਪੰਕਤੀ 'ਚ ਗੱਲ ਆਉਂਦੀ ਹੈ ਕਿ ਉਹ ਜਦੋਂ ਉਹਨੂੰ ਸੋਝੀ ਮਿਲਦੀ ਹੈ, ਤਾਂ ਉਹ ਪ੍ਰਮਾਤਮਾ ਦੀ ਯਾਦ ਨੂੰ ਹੀ ਆਪਣੇ ਹਿਰਦੇ ਵਿੱਚ ਟਿਕਾਉਂਦੀ ਹੈ, ਤਾਂ ਹੀ ਵਿਕਾਰਾਂ ਦੀ ਤਪਸ਼ ਤੋਂ ਉਹਨੂੰ ਬਚਾ ਕੁਝ ਰਾਹਤ ਮਿਲਦੀ ਹੈ। ਅਵਗਨ ਬਾਂਧ ਚਲੀ ਦੁਖ ਆਗੈ, ਸੁਖ ਤਿਸ ਸਾਚ ਸੰਭਾਲੇ। ਇਸ ਮਾਨਸਿਕ ਤਪਸ਼ ਦਾ ਦੁੱਖ ਸਹਾਰਦੀ ਹੋਈ ਉਹ ਜੋ ਜੀਵਨ ਭਰ ਮੌਜੂਦ ਰਹਿੰਦਾ ਹੈ, ਉਹਦੇ ਨਾਲ ਹੀ ਉਹ ਔਗਨਾਂ ਦੀ ਪੰਡ ਨੂੰ ਬੰਨ੍ਹ ਕੇ
ਉਹ ਆਪਣੇ ਜੀਵਨ 'ਚ ਅੱਗੇ ਤੁਰਦੀ ਰਹਿੰਦੀ ਹੈ। ਪਰ ਉਹਨੂੰ ਸੁੱਖ ਦੀ ਪ੍ਰਾਪਤੀ ਤਾਂ ਹੁੰਦੀ ਹੈ ਜਦੋਂ ਉਹ ਉਸ ਸਾਚ ਪ੍ਰਭੂ ਨੂੰ ਆਪਣੇ ਹਿਰਦੇ ਦੇ ਵਿੱਚ ਟਿਕਾ ਲੈਂਦੀ ਹੈ, ਉਹਦੀ ਸੰਭਾਲ ਕਰਦੀ ਹੈ, ਉਹਨੂੰ ਯਾਦ ਕਰਦੀ ਹੈ। ਤਾਂ ਜਿੰਨਾ ਚਿਰ ਤਾਂ ਵਿਕਾਰਾਂ ਦਾ ਪ੍ਰਭਾਵ ਉਹਦੇ ਮਨ ਦੇ ਉੱਤੇ ਰਹਿੰਦਾ ਹੈ, ਤਾਂ ਉਹ ਵਿਕਾਰਾਂ ਦੀ ਬੱਝੀ ਹੋਈ ਔਗਣ ਕਰਦੀ ਹੈ ਤੇ ਔਗਣਾਂ ਦੀ ਪੰਡ ਸਿਰ ਦੇ ਉੱਤੇ ਚੁੱਕੀ ਰੱਖਦੀ ਹੈ ਔਰ ਅੱਗੇ ਤੋਂ ਅੱਗੇ ਉਹਨੂੰ ਦੁੱਖ ਮਿਲਦੇ ਹੀ ਰਹਿੰਦੇ ਹਨ। ਇਹ ਉਵੇਂ ਹੀ ਅਵਸਥਾ ਹੈ ਕਿ ਜਿਵੇਂ ਕੋਈ ਬੰਦਾ ਗਰਮੀ ਦੇ ਵਿੱਚ ਤਪਦੀ ਹੋਈ ਧੁੱਪ ਦੇ ਵਿੱਚ ਤੁਰ ਰਿਹਾ ਹੈ ਤੇ ਉਹਨੂੰ ਕੋਈ ਛਾਂ ਵਾਲੀ ਜਗ੍ਹਾ ਲੱਭ ਨਹੀਂ ਰਹੀ, ਤਾਂ ਫਿਰ ਉਹ ਭਾਵੇਂ ਦੁਖੀ ਹੋਵੇ ਸੁਖੀ ਹੋਵੇ ਉਹਨੂੰ ਤੁਰਨਾ ਤਾਂ ਪੈਂਦਾ, ਸਫ਼ਰ ਮੁਕਾਏਗਾ ਤਾਂ ਹੀ ਕਿਸੇ ਐਸੇ ਟਿਕਾਣੇ ਤੇ ਪਹੁੰਚੇਗਾ ਜਿੱਥੇ ਉਹਨੂੰ ਛਾਂ ਮਿਲੇਗੀ। ਤੋ ਉਹੀ ਹਾਲ ਉਸ ਜੀਵ ਦਾ ਵੀ ਹੁੰਦਾ ਹੈ ਕਿ ਜਦ ਤੀਕਰ ਉਸਨੂੰ ਕੋਈ ਸਹੀ ਜੀਵਨ ਰਾਹ, ਜੀਵਨ ਸੇਧ ਦੇਣ ਵਾਲਾ ਗੁਰੂ ਦੀ ਕੋਈ ਓਟ ਆਸਰਾ ਨਹੀਂ ਮਿਲਦਾ, ਤਦ ਤੀਕਰ ਉਹ ਔਗਣਾਂ ਦੀ ਪੰਡ ਬਣ ਕੇ ਜੀਵਨ ਦੇ ਵਿੱਚ ਆਪਣਾ ਸਮਾਂ ਗੁਜ਼ਾਰੀ ਜਾਂਦੀ ਹੈ। ਅਵਗਨ ਬਾਂਧ ਚੱਲੀ ਦੁੱਖ ਆ ਗਏ ਤੇ ਉਹਦੇ ਰਾਹ ਅਸੀਂ ਜੀਵਨ ਚ ਅੱਗੇ ਤੁਰਦੀ ਰਹਿੰਦੀ ਹੈ। ਅੰਤ ਸੁਖ ਪ੍ਰਾਪਤ ਹੁੰਦਾ ਹੈ ਜਦੋਂ ਗੁਰੂ ਦੀ ਸ਼ਰਨ ਲੈਂਦੀ ਹੈ ਤੇ ਉਹ ਗੁਰੂ ਨੂੰ ਪ੍ਰਭੂ ਪਰਮਾਤਮਾ ਦੀ ਬੰਦਗੀ ਦੇ ਵਾਲੇ ਪਾਸੇ ਸਿਫਤ ਸਲਾਹ ਦੇ ਨਾਲ ਜੋੜਦਾ ਹੈ। ਸੁਖ ਤਿਸ ਸਾਚ ਸੰਭਾਲੇ, ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਪਰਮਾਤਮਾ ਦੀ ਯਾਦ ਹਿਰਦੇ ਵਿੱਚ ਟਿਕਾ ਕੇ ਉਹਨੂੰ ਸੁਖ ਦੀ ਪ੍ਰਾਪਤੀ ਹੁੰਦੀ ਹੈ, ਆਤਮਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਆਖਰੀ ਪੰਕਤੀ ਦੇ ਵਿੱਚ ਫਿਰ ਗੁਰੂ ਸਾਹਿਬ ਜੋ ਹੈ ਇਸ ਆਤਮਕ ਆਨੰਦ ਦੀ ਅਵਸਥਾ ਦਾ ਹੀ ਵਰਣਨ ਕਰਦੇ ਹਨ ਕਿ ਨਾਨਕ ਜਿਸਨੂੰ ਇਹ ਮਨ ਦੀਆ ਮਰਨ ਜੀਵਨ ਪ੍ਰਭ ਨਾਲੇ। ਜਿਸ ਜੀਵ ਇਸਤਰੀ ਨੂੰ ਪ੍ਰਭੂ ਪਰਮਾਤਮਾ ਨੇ ਪ੍ਰਭੂ ਦੇ ਨਾਮ ਸਿਮਰਨ ਕਰਨ ਦੀ ਸਮਰੱਥਾ ਵਾਲਾ ਇਹ ਮਨ ਦਿੱਤਾ ਹੈ, ਭਾਵ ਇਹ ਮਨੁੱਖਾ ਜਨਮ ਦਿੱਤਾ ਹੈ ਜਿਹਦੇ ਅੰਦਰ ਇਹ ਸਮਰੱਥਾ ਹੈ ਮਨੁੱਖ ਦੇ ਕੋਲ ਕਿ ਉਹ ਪ੍ਰਭੂ ਪਰਮਾਤਮਾ ਨੂੰ ਚੇਤੇ ਕਰਕੇ ਉਹਦੇ ਗੁਣਾਂ ਨਾਲ ਸਾਂਝ ਪਾ ਕੇ ਉਹਦੀ ਸਿਫਤ ਸਲਾਹ ਨਾਲ ਜੁੜ ਕੇ ਪ੍ਰਭੂ ਦੇ ਨਾਲ ਅਭੇਦ ਹੋ ਸਕਦਾ ਹੈ। ਇਹ ਵਿਸ਼ੇਸ਼ ਫੈਸਿਲਿਟੀ, ਇਹ ਵਿਸ਼ੇਸ਼ ਗੁਣ ਜਿਹੜਾ ਹੈ ਕੇਵਲ ਤੇ ਕੇਵਲ ਮਨੁੱਖ ਦੁਨੀਆ 'ਚ ਮਿਲਿਆ ਹੈ। ਉਹ ਮਿਲਿਆ ਹੈ ਉਸ ਪ੍ਰਭੂ ਦੀ ਦਾਤ ਸਦਕਾ, ਪ੍ਰਭੂ ਦੀ ਬਖਸ਼ਿਸ਼ ਸਦਕਾ। तो गुरु साहब कहते नानक जिसनों ये मन दिया, जिस जीव इस्त्री ਨੂੰ परमात्मा ने ये मन ਦਿੱਤਾ है, जिस मन ਦੇ ਰਾਹੀਂ, जिस मन ਦੇ ਵਿੱਚ ਪ੍ਰਭੂ ਦੀ ਯਾਦ ਨੂੰ ਵਸਾ ਕੇ ਪ੍ਰਭੂ ਦੇ ਗੁਣਾਂ ਦੇ ਨਾਲ ਸਾਂਝ ਪਾਈ ਜਾ ਸਕਦੀ ਹੈ। ਤੇ ਜਦੋਂ ਸਾਂਝ ਪੈ ਜਾਂਦੀ ਹੈ ਗੁਣਾਂ ਦੀ ਤਾਂ ਫਿਰ ਪ੍ਰਭੂ ਦੀ ਨੇੜਤਾ ਹੋ ਜਾਂਦੀ ਹੈ। ਪ੍ਰਭੂ ਦੇ ਮਹਿਲ ਦੇ ਅੰਦਰ ਜਿਵੇਂ ਪਿਛਲੇ ਛੰਤ ਵਿੱਚ ਗੱਲ ਆਈ ਸੀਗੀ ਕਿ ਮਹਿਲ ਦੇ ਅੰਦਰ ਫਿਰ ਤਾਂ ਹੀ ਮਿਲਣ ਐਂਟਰੀ ਦੀ ਇਜਾਜ਼ਤ ਮਿਲਦੀ ਹੈ ਜਦੋਂ ਗੁਣਾਂ ਦੀ ਸਾਂਝ ਬਣ ਜਾਂਦੀ ਹੈ। ਤਾਂ ਇੱਥੇ ਉਸ ਨੂੰ ਇਹਨਾਂ ਲਫ਼ਜ਼ਾਂ 'ਚ ਬਿਆਨ ਕੀਤਾ ਹੈ ਕਿ ਮਰਨ ਜੀਵਨ ਪ੍ਰਭ ਨਾਲੇ, ਫਿਰ ਉਹ ਸਦੀਵੀ ਸਾਥ ਹੋ ਜਾਂਦਾ ਪ੍ਰਭੂ ਦੇ ਨਾਲ। ਜੀਵਨ ਮਰਨ ਦਾ ਸਾਥ, ਜੀਵਨ ਮਰਨ ਇਹ ਮੁਹਾਵਰੇ ਦੇ ਤੌਰ ਦੇ ਉੱਤੇ ਇੱਥੇ ਇਹਦੀ ਵਰਤੋਂ ਕੀਤੀ ਗਈ ਹੈ ਕਿਉਂਕਿ ਮਰਨ ਜੀਵਨ ਤਾਂ ਪਰਮਾਤਮਾ ਜੀਵ ਦਾ ਹੀ ਹੈ, ਪ੍ਰਭੂ ਦਾ ਇਹਦੇ ਨਾਲ ਕੋਈ ਤਲਕ ਨਹੀਂ ਹੈ, ਨਾ ਜੀਵਨ ਤੇ ਨਾ ਮਰਨ। ਤਾਂ ਇਹ ਸਾਡੇ ਆਮ ਅਸੀਂ ਜਿਹੜੇ ਦੁਨਿਆਵੀ ਰਿਸ਼ਤਾ ਜਿੱਥੇ ਪੱਕਾ ਹੋਵੇ ਤਾਂ ਅਸੀਂ ਕਹਿੰਦੇ ਹਾਂ ਕਿ ਇਹਦਾ ਤਾਂ ਜੀਵਨ ਮਰਨ ਦਾ ਸਾਥ ਹੈ, ਵੀ ਇਕੱਠੇ ਜਿਉਣਾ ਇਕੱਠੇ ਮਰਨਾ। ਉਹ ਜੀਵਨ ਮਰਨ ਦਾ ਸਾਥ ਹੈ, ਪੱਕਾ ਸਾਥ, ਉਹ ਸਦੀਵੀ ਸਾਥ ਹੈ। ਆਮ ਤੌਰ ਦੇ ਉੱਤੇ ਇਮੋਸ਼ਨਲ ਤੌਰ ਦੇ ਉੱਤੇ ਪਤੀ ਪਤਨੀ ਦੇ ਸੰਬੰਧ ਨੂੰ ਕਿਹਾ ਜਾਂਦਾ ਵੀ ਇਹਨਾਂ ਦਾ ਤਾਂ ਜਨਮ ਮਰਨ ਦਾ ਸਾਥ ਹੈ, ਜੀਵਨ ਮਰਨ ਦਾ ਸਾਥ ਹੈ। ਉਹ ਮਰਨ ਜੀਵਨ ਦੇ ਸਾਥ ਦੀ ਗੱਲ ਇੱਥੇ ਕੀਤੀ ਗਈ। ਪ੍ਰਮਾਤਮਾ ਦੇ ਨਾਲ ਇਹ ਪੱਕਾ ਸਾਥ ਬਣ ਜਾਂਦਾ ਹੈ ਜਦੋਂ ਮਨ ਦੇ ਵਿੱਚ ਉਹਦੀ ਸਿਫਤ ਸਲਾਹ ਦੇ ਨਾਲ ਜੁੜ ਲਿਆ ਜਾਂਦਾ ਹੈ। ਨਾਨਕ ਜਿਸਨੂੰ ਇਹ ਮਨ ਦੀਆ ਮਰਨ ਜੀਵਨ ਪ੍ਰਭ ਨਾਲੇ, ਉਦੋਂ ਫਿਰ ਪ੍ਰਭੂ ਦਾ ਸਿਮਰਨ ਕਰਕੇ ਪ੍ਰਭੂ ਦੀ ਯਾਦ ਨੂੰ ਹਿਰਦੇ 'ਚ ਵਸਾ ਕੇ ਇਹ ਸਦੀਵੀ ਸਾਥ ਪ੍ਰਭੂ ਦੇ ਨਾਲ ਬਣ ਜਾਂਦਾ ਹੈ। ਤੇ ਜਦੋਂ ਇਹ ਸਾਥ ਬਣ ਜਾਂਦਾ ਹੈ ਤਾਂ ਫਿਰ ਸਾਰੀ ਜਿਹੜੀ ਹਾੜ ਦੀ ਔਰ ਜੇਠ ਦੀ ਜਿਹੜੀ ਇਹ ਗਰਮੀ ਹੈ, ਹਾੜ ਦੀ ਜਿਹੜੀ ਗਰਮੀ ਹੈ ਉਹਦੇ ਤੋਂ ਛੁਟਕਾਰਾ ਮਿਲ ਜਾਂਦਾ ਹੈ। ਫਿਰ ਅਗਨ ਰਸ ਸੁੱਖ ਹੈ, ਮਰੀਆ ਧੁੱਖ ਹੈ ਵਾਲੀ ਜਿਹੜੀ ਅਵਸਥਾ ਹੈ ਉਹ ਪਿੱਛੇ ਰਹਿ ਜਾਂਦੀ ਹੈ। ਛਾਂ ਵਾਲੀ ਥਾਂ, ਠੰਡਕ ਵਾਲੀ ਥਾਂ ਪ੍ਰਾਪਤ ਹੋ ਜਾਂਦੀ ਹੈ, ਆਤਮਕ ਆਨੰਦ ਦੀ ਅਵਸਥਾ ਬਣ ਜਾਂਦੀ ਹੈ। ਉਹ ਫਿਰ ਭਾਵੇਂ ਦੁਨੀਆ ਦੇ ਵਿੱਚ ਮਾਇਆ ਦਾ ਸੂਰਜ ਭਖਦਾ ਰਹਿੰਦਾ ਹੈ, ਉਹ ਦੁਨੀਆ ਨੂੰ ਸਾੜ ਰਿਹਾ ਹੁੰਦਾ ਹੈ, ਪਰ ਇਹ ਜੀਵ ਜਿਹੜਾ ਪ੍ਰਭੂ ਦੀ ਯਾਦ ਨਾਲ ਜੁੜ ਜਾਂਦਾ ਹੈ, ਇਹਨੂੰ ਇਹ ਛਾਂ ਵਾਲੀ ਥਾਂ ਮਿਲ ਜਾਂਦੀ ਹੈ, ਇਹਨੂੰ 에ਅਰ ਕੰਡੀਸ਼ਨ ਹਾਲ ਮਿਲ ਜਾਂਦਾ ਹੈ, ਇਹ ਆਰਾਮ ਨਾਲ ਉਹਦੇ 'ਚ ਸੁੱਖ ਦੇ ਅਵਸਥਾ ਨੂੰ ਮਾਣਦਾ ਹੈ, ਪ੍ਰਭੂ ਦੇ ਨਾਲ ਇਹਦਾ ਸਦੀਵੀ ਸਾਥ ਹੋ ਜਾਂਦਾ ਹੈ। ਤੋ ਇਹ ਜੇਠ ਔਰ ਹਾੜ ਦੇ ਮਹੀਨਿਆਂ ਦਾ ਜਿਸ ਤਰ੍ਹਾਂ ਦੀ ਰੁੱਤ ਹੁੰਦੀ ਹੈ, ਜਿਹੋ ਜਿਹਾ ਮੌਸਮ ਹੁੰਦਾ ਹੈ, ਉਹਨਾਂ ਦਾ ਨਾਲ ਇਸਤੇਮਾਲ ਕਰਕੇ
ਗੁਰੂ ਸਾਹਿਬ ਨੇ ਜੋ ਵਿਕਾਰਾਂ ਦੀ ਤਪਸ਼ ਦੀ ਜੋ ਗਰਮੀ ਹੈ ਔਰ ਉਹਦੇ ਤੋਂ ਛੁਟਕਾਰਾ ਕਿਵੇਂ ਹੁੰਦਾ ਹੈ, ਉਹਦੀ ਗੱਲ ਗੁਰੂ ਸਾਹਿਬ ਨੇ ਇਹਨਾਂ ਦੋ ਸੰਤਾਂ ਦੇ ਵਿੱਚ ਕੀਤੀ ਹੈ। ਔਰ ਅਲਟੀਮੇਟ ਸੋਲੂਸ਼ਨ ਇਹੀ ਹੈ ਕਿ ਪ੍ਰਭੂ ਦੇ ਨਾਲ ਗੁਨਾਹ ਦੀ ਸਾਂਝ, ਗੁਣ ਗਾਵਤ ਤੇਰੀ ਉਤਰਸ ਮੈਲ, ਤੇ ਮੈਲ ਤਾਂ ਉਤਰਦੀ ਹੀ ਹੈ ਤੇ ਮਨ ਦੇ ਵਿੱਚੋਂ ਤਪਸ਼ ਵੀ ਖਤਮ ਹੋ ਜਾਂਦੀ ਹੈ। ਗੁਣ ਕਹਿ ਗੁਣੀ ਸਮਾਵਨਿਆਂ ਵਾਲੀ ਅਵਸਥਾ ਜਿਹੜੀ ਹੈ ਬਣ ਜਾਏ, ਤਾਂ ਹੀ ਇਸ ਗਰਮੀ ਤੋਂ ਛੁਟਕਾਰਾ ਪ੍ਰਾਪਤ ਹੁੰਦਾ ਹੈ। ਤੋ ਇਹ ਇਹਨਾਂ 2 ਮਹੀਨਿਆਂ ਦਾ ਸੰਦੇਸ਼ ਹੈ। ਅੱਜ ਦੀ ਵਿਚਾਰ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀ ਭੁੱਲਾਂ ਗਲਤੀਆਂ ਦੀ ਆਪ ਜੀ ਪਾਸੋਂ ਖਿਮਾ ਮੰਗਦੇ ਹਾਂ ਜੀ। ਅੱਜ ਦੀ ਵਿਚਾਰ ਨਾਲ ਸੰਬੰਧਿਤ ਕਿਸੇ ਦਾ ਕੋਈ ਕਮੈਂਟ, ਕੋਈ ਸਵਾਲ ਹੋਵੇ ਤਾਂ ਆਪ ਜੀ ਆਪਣੇ ਆਪ ਨੂੰ ਅਨਮਿਊਟ ਕਰਕੇ ਆਪਣੀ ਗੱਲ ਕਰ ਸਕਦੇ ਹੋ ਜੀ। ਚੈਟ ਵਿੱਚ ਚਰਨਜੀਤ ਸਿੰਘ ਜੀ ਨੇ ਮੈਸੇਜ ਪਾਇਆ ਕਿ ਟਿੰਡਾ ਜਿਹੜਾ ਹੈ ਉਹ ਗ੍ਰਾਸ ਹੌਪਰ ਹੁੰਦਾ ਹੈ, ਪਰ ਮੈਂ ਐਡਮਿਟ ਕਰਾਂਗਾ ਕਿ ਮੈਨੂੰ ਗ੍ਰਾਸ ਹੌਪਰ ਦੇ ਬਾਰੇ ਵੀ ਕੋਈ ਜਾਣਕਾਰੀ ਨਹੀਂ ਹੈ ਵੀ ਉਹ ਕਿਹੋ ਜਿਹੀ ਉਹਦੀ ਸ਼ੇਪ ਹੁੰਦੀ ਹੈ, ਕਿਹੋ ਜਿਹੇ ਉਹਦੇ ਗੁਣ ਹੁੰਦੇ ਹਨ, ਕੀ ਕਰੈਕਟਰਿਸਟਿਕ ਨੇ। ਤੋ ਮੈਨੂੰ ਉਹਦੇ ਬਾਰੇ ਕੋਈ ਆਈਡੀਆ, ਸੰਗਤ ਵਿੱਚੋਂ ਕੋਈ ਇਹਦੇ ਬਾਰੇ ਕੋਈ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਹੋਵੇ ਤਾਂ ਜ਼ਰੂਰ ਕਰੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।